पहला तीजा मूर्ख होवे सो सुने मूर्ख का कहना। ਤਾਂ ਇਸ ਸ਼ਲੋਕ ਰਾਹੀਂ ਗੁਰਦੇਵ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਹੰਕਾਰ ਕਰਨਾ ਮੂਰਖਤਾ ਦੀ ਨਿਸ਼ਾਨੀ ਹੈ, ਕਿਉਂਕਿ ਇਹ ਮਨੁੱਖ ਨੂੰ ਪਾਪ ਦੇ ਖੂਹ ਵਿੱਚ ਸੁੱਟਦਾ ਹੈ। ਤੇ ਸਿਆਣਪ ਇਸੇ ਦੇ ਵਿੱਚ ਹੈ ਕਿ ਦੂਜਿਆਂ ਨੂੰ ਐਸੇ ਗੁਨਾਹਾਂ ਦੇ ਖੂਹ ਦੇ ਵਿੱਚ ਡਿੱਗਦਿਆਂ ਹੋਇਆਂ ਵੇਖ ਕੇ ਆਪਣੇ ਆਪ ਨੂੰ ਬਚਾਉਣਾ ਚਾਹੀਦਾ ਹੈ, ਆਪਣੇ ਆਪ ਨੂੰ ਇਹਨਾਂ ਵਿਕਾਰਾਂ ਦੇ ਖੂਹਾਂ ਵਿੱਚ ਨਹੀਂ ਸੁੱਟਣਾ ਚਾਹੀਦਾ। ਮੂਰਖ ਹੋਵੇ ਸੋ ਸੁਣੈ ਮੂਰਖ ਕਾ ਕਹਿਣਾ। ਮੂਰਖ ਦਾ ਕਿਹਾ ਉਹੀ ਸੁਣਦਾ ਹੈ ਜੋ ਆਪ ਮੂਰਖ ਹੋਵੇ। ਹੁਣ ਇੱਥੇ ਸੁਣਨ ਦਾ ਮਤਲਬ ਹੈ ਕਿ ਮੂਰਖ ਦੇ ਆਖੇ ਲੱਗਣਾ, ਗੱਲ ਕਿਸੇ ਦੀ ਸੁਣ ਕੇ ਉਹਦੇ ਤੇ ਅਮਲ ਕਰ ਲੈਣਾ। ਤਾਂ ਗੁਰੂ ਪਾਤਸ਼ਾਹ ਜੀ ਸਮਝਾ ਰਹੇ ਨੇ ਕਿ ਜੋ ਇਨਸਾਨ ਮੂਰਖ ਹੈ, ਬੇਸਮਝ ਹੈ, ਉਹੀ ਕਿਸੇ ਬੇਸਮਝ ਮੂਰਖ ਦੀ ਗੱਲ ਨੂੰ ਸੁਣ ਕੇ ਉਹਦੇ ਤੇ ਅਮਲ ਕਰੇਗਾ, ਉਹਨੂੰ ਇੰਪਲੀਮੈਂਟ ਕਰੇਗਾ, ਉਹਨੂੰ ਅਮਲ ਵਿੱਚ ਲਿਆਏਗਾ। ਜਿਹੜਾ ਮੂਰਖ ਹੈ ਉਹ ਮੂਰਖ ਦਾ ਕਿਹਾ ਸੁਣੇਗਾ, ਮੂਰਖ ਦੇ ਆਖੇ ਲੱਗੇਗਾ। ਮੂਰਖ ਕੇ ਕਿਆ ਲੱਖਣ ਹੈ, ਕਿਆ ਮੂਰਖ ਕਾ ਕਰਨਾ। ਲੱਖਣ ਦਾ ਮਤਲਬ ਹੈ ਲਕਸ਼ਣ, ਇਲਾਮਤਾਂ। ਕਰਨਾ ਦਾ ਮਤਲਬ ਕਰਤੱਵ। ਤਾਂ ਹੁਣ ਗੁਰੂ ਪਾਤਸ਼ਾਹ ਜੀ ਸਾਨੂੰ ਇੱਥੇ ਸਮਝਾ ਰਹੇ ਹਨ ਕਿ ਅਸਲ ਦੇ ਅੰਦਰ ਮੂਰਖ ਦੇ ਲੱਛਣ ਕੀ ਨੇ ਔਰ ਮੂਰਖ ਦਾ ਬਿਹੇਵੀਅਰ ਕੀ ਹੈ, ਨਿਸ਼ਾਨੀਆਂ ਕੀ ਨੇ। ਲੱਖਣ ਦਾ ਮਤਲਬ ਲਕਸ਼ਣ, ਅਲਾਮਤਾਂ, ਔਰ ਕਰਨਾ ਦਾ ਮਤਲਬ ਜੋ ਕਰਤੂਤ, ਜੋ ਬੰਦਾ ਕੰਮ ਕਰਦਾ ਹੈ, ਬਿਹੇਵੀਅਰ। ਤਾਂ ਮੂਰਖ ਦੇ ਲੱਛਣ ਕੀ ਨੇ ਔਰ ਮੂਰਖ ਦੀ ਕਰਤੂਤ ਨਿਸ਼ਾਨੀ ਕੀ ਹੈ, ਕਰਮ ਕੀ ਨੇ। ਕਿਵੇਂ ਪਤਾ ਲੱਗੇ ਕਿ ਇਹ ਬੰਦਾ ਮੂਰਖ ਹੈ? ਵੈਸੇ ਤੇ ਹਰ ਬੰਦਾ ਹੀ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ ਤੇ ਦੂਜੇ ਬੰਦੇ ਨੂੰ ਬੰਦਾ ਮੂਰਖ ਕਹਿ ਦਿੰਦਾ ਹੈ। ਪਰ ਹੁਣ ਮੂਰਖਤਾ ਦੀਆਂ ਨਿਸ਼ਾਨੀਆਂ ਕੀ ਨੇ, ਗੁਰਦੇਵ ਪਾਤਸ਼ਾਹ ਸਾਨੂੰ ਅਗਲੀ ਪੰਕਤੀ ਦੇ ਵਿੱਚ ਦੱਸ ਰਹੇ ਨੇ। ਪਹਿਲਾਂ ਸਾਨੂੰ ਸਮਝਾਇਆ ਹੈ ਕਿ ਮੂਰਖ ਬੰਦਾ ਹੀ ਮੂਰਖ ਦਾ ਕਿਹਾ ਸੁਣਦਾ ਹੈ, ਮਤਲਬ ਆਖੇ ਲੱਗਦਾ ਹੈ। ਹੁਣ ਅਗਲਾ ਸਵਾਲ ਇਹ ਹੈ ਕਿ ਮੂਰਖ ਕੌਣ ਹੈ, ਮੂਰਖ ਦੀਆਂ ਨਿਸ਼ਾਨੀਆਂ ਕੀ ਨੇ, ਮੂਰਖ ਦੇ ਲੱਛਣ ਕੀ ਨੇ, ਉਹਦੇ ਕੰਮ ਕੈਸੇ ਨੇ। ਮੂਰਖ ਉਹ ਜੇ ਮੁਗਧ ਹੈ ਅਹੰਕਾਰੇ ਮਰਨਾ। ਇੱਥੇ ਮੁਗਧ ਦਾ ਮਤਲਬ ਹੈ ਮੋਹਿਆ ਹੋਇਆ, ਮੋਹਿਤ ਹੋਇਆ ਹੋਇਆ, ਮਾਇਆ ਦਾ ਠੱਗਿਆ ਹੋਇਆ। ਅਹੰਕਾਰੇ ਦਾ ਮਤਲਬ ਅਹੰਕਾਰ ਵਿੱਚ, ਤੇ ਮਰਨਾ ਦਾ ਮਤਲਬ ਜੋ ਮਰਿਆ ਹੋਇਆ ਹੈ, ਆਤਮਕ ਮੌਤ ਤੇ ਮਰਿਆ ਹੋਇਆ ਹੈ। ਤਾਂ ਗੁਰੂ ਜੀ ਕਹਿੰਦੇ ਨੇ ਮੂਰਖ ਉਹ ਹੈ ਜੋ ਮਾਇਆ ਦਾ ਠੱਗਿਆ ਹੋਇਆ ਹੋਵੇ ਔਰ ਜੋ ਅਹੰਕਾਰ ਦੇ ਅੰਦਰ ਆਤਮਕ ਮੌਤ ਤੇ ਮਰ ਗਿਆ ਹੋਵੇ, ਉਹਨੂੰ ਮੂਰਖ ਕਹਿੰਦੇ ਨੇ। ਇਹ ਨਿਸ਼ਾਨੀ ਹੈ, ਮੂਰਖ ਦੀਆਂ ਪਹਿਲੀਆਂ ਨਿਸ਼ਾਨੀਆਂ ਨੇ। ਇਹ ਨਿਸ਼ਾਨੀਆਂ ਨੇ ਮੂਰਖ ਦੀਆਂ ਕਿ ਜਿਹੜਾ ਮਾਇਆ ਦਾ ਮੋਇਆ ਹੋਇਆ ਹੈ। ਹੁਣ ਮਾਇਆ ਦਾ ਮਤਲਬ ਇੱਥੇ ਪੈਸਾ ਨਹੀਂ ਹੈ। ਮਾਇਆ ਦਾ ਮਤਲਬ ਉਹ ਸੋਚ ਜੋ ਬੰਦੇ ਨੂੰ ਬੰਦੇ ਨਾਲ ਰੱਬ ਵਰਗਾ ਪਿਆਰ ਨਹੀਂ ਕਰਨ ਦਿੰਦੀ। ਬੰਦੇ ਦੀ ਉਹ ਸੋਚ ਜੋ ਬੰਦੇ ਦੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ, ਸੈਲਫਿਸ਼ਨੈਸ ਪੈਦਾ ਕਰਦੀ ਹੈ, ਉਹਨੂੰ ਕਹਿੰਦੇ ਨੇ ਮਾਇਆ। ਜਿਹੜਾ ਇਸ ਸੋਚ ਦਾ ਮੋਇਆ ਹੋਇਆ ਹੈ, ਇਸ ਸੋਚ ਦੇ ਵਿੱਚ ਗ੍ਰਸਤ ਹੈ ਔਰ ਜਿਸ ਦੇ ਅੰਦਰ ਅਹੰਕਾਰ ਹੈ ਔਰ ਅਹੰਕਾਰ ਦੇ ਕਾਰਨ ਆਤਮਕ ਮੌਤ ਤੇ ਮਰਿਆ ਹੋਇਆ ਹੈ, ਇਨਸਾਨੀਅਤ ਵੀ ਨਹੀਂ ਹੈ। ਤੇ ਆਤਮਕ ਮੌਤ ਤੇ ਮਰਿਆ ਬੰਦਾ ਕਿਹਨੂੰ ਕਹਿੰਦੇ ਨੇ? ਜਿਹੜਾ ਅੰਦਰੋਂ ਹੋਰ ਹੋਵੇ ਤੇ ਬਾਹਰੋਂ ਹੋਰ ਹੋਵੇ, ਜਿਸ ਦੀ ਸੋਚ ਦੇ ਅੰਦਰ ਕੁਝ ਗਲਤ ਹੈ ਤੇ ਬਾਹਰੋਂ ਪਹਿਨਾਵਾ ਵਿਖਾਵਾ ਕੁਝ ਹੋਰ ਹੈ, ਉਹ ਬੰਦਾ ਆਤਮਕ ਮੌਤ ਤੇ ਮਰਿਆ ਹੈ, ਉਹਦੇ ਅੰਦਰ ਇਨਸਾਨੀਅਤ ਨਹੀਂ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜੋ ਮਨੁੱਖ ਮਾਇਆ ਦਾ ਠੱਗਿਆ ਹੋਵੇ, ਅਹੰਕਾਰ ਵਿੱਚ ਮਰਿਆ ਹੋਇਆ ਹੋਵੇ, ਆਤਮਕ ਮੌਤ ਤੇ ਮਰਿਆ ਹੋਵੇ, ਉਸ ਬੰਦੇ ਨੂੰ ਮੂਰਖ ਕਹਿਣਾ ਚਾਹੀਦਾ ਹੈ। ਇਹ ਨਿਸ਼ਾਨੀਆਂ ਨੇ ਮੂਰਖ ਦੀਆਂ। ਏਤ ਕਮਾਣੈ ਸਦਾ ਦੁੱਖ, ਦੁੱਖ ਹੀ ਮਹਿ ਰਹਿਣਾ। ਏਤ ਕਮਾਣੇ ਦਾ ਮਤਲਬ ਮਾਇਆ ਦੇ ਮੋਹ ਵਿੱਚ ਔਰ ਅਹੰਕਾਰ ਵਿੱਚ ਰਹਿਣ ਨਾਲ, ਐਸੀ ਜ਼ਿੰਦਗੀ ਜੀਣ ਦੇ ਨਾਲ। ਸਦਾ ਦੁੱਖ ਦਾ ਮਤਲਬ ਹਮੇਸ਼ਾ ਦੁੱਖ ਬਣਿਆ ਰਹਿੰਦਾ ਹੈ। ਦੁੱਖ ਮੈਂ ਰਹਿਣਾ ਦਾ ਮਤਲਬ ਬੰਦਾ ਦੁਖੀ ਹੀ ਰਹਿੰਦਾ ਹੈ। ਤਾਂ ਮਾਇਆ ਦੀ ਮਸਤੀ ਔਰ ਅਹੰਕਾਰ ਵਿੱਚ ਜੋ ਕੁਝ ਵੀ ਕਰੀਏ, ਉਸ ਦੇ ਨਾਲ ਹਮੇਸ਼ਾ ਦੁੱਖ ਪ੍ਰਾਪਤ ਹੁੰਦਾ ਹੈ ਔਰ ਹਮੇਸ਼ਾ ਦੁਖੀ ਹੀ ਰਹੀਦਾ ਹੈ।
ਤਾਂ ਐਸੀ ਜ਼ਿੰਦਗੀ ਜੀਣ ਵਾਲੇ ਇਨਸਾਨ ਹਮੇਸ਼ਾ ਦੁਖੀ ਰਹਿੰਦੇ ਨੇ। ਉਹਨਾਂ ਦੇ ਜੀਵਨ ਦੇ ਅੰਦਰ ਕੋਈ ਨਾ ਕੋਈ ਦੁੱਖ ਬਣਿਆ ਹੀ ਰਹਿੰਦਾ ਹੈ। ਉਹ ਹਮੇਸ਼ਾ ਪਰੇਸ਼ਾਨ ਰਹਿਣਗੇ, ਬੇਸ਼ੱਕ ਉਹਨਾਂ ਦੇ ਕੋਲ ਕਿੰਨੇ ਵੀ ਚੰਗੇ ਸਾਧਨ ਆ ਜਾਣ। ਐਸੀ ਕਰਮ ਕਰਨ ਵਾਲੇ ਇਨਸਾਨ ਹਮੇਸ਼ਾ ਦੁਖੀ ਰਹਿਣਗੇ। ਕੌਣ? ਜਿਹੜੇ ਮਾਇਆ ਦੀ ਸੋਚ ਵਿੱਚ ਮੋਹਿਤ ਨੇ, ਜੋ ਅਹੰਕਾਰ ਦੇ ਕਾਰਨ ਆਤਮਿਕ ਮੌਤ ਤੇ ਮਰ ਗਏ ਨੇ। ਐਸੀ ਜ਼ਿੰਦਗੀ ਜੀਣ ਦੇ ਨਾਲ ਹਮੇਸ਼ਾ ਦੁੱਖ ਮਿਲਦਾ ਹੈ ਔਰ ਬੰਦਾ ਹਮੇਸ਼ਾ ਦੁੱਖਾਂ ਦੇ ਅੰਦਰ, ਮੁਸੀਬਤਾਂ ਦੇ ਵਿੱਚ ਹੀ ਪਿਆ ਰਹਿੰਦਾ ਹੈ। ਅਤ ਪਿਆਰਾ ਪਵੇ ਖੂਹ, ਕਿਹ ਸੰਜਮ ਕਰਨਾ। ਇਹਨੂੰ ਕਿਹੋ ਨਹੀਂ ਪੜਨਾ, ਕਿਹ ਔਰ ਖੂਹੇ ਨਹੀਂ ਪੜਨਾ, ਖੂਹ। ਖੂਹ ਦੇ ਹਾਹੇ ਨਾਲ ਸਿਹਾਰੀ ਆਉਣ ਨਾਲ ਇਹਦਾ ਮੀਨਿੰਗ ਬਣ ਗਿਆ ਹੈ ਖੂਹ ਵਿੱਚ। ਅਤ ਪਿਆਰਾ, ਅਤ ਪਿਆਰਾ ਦਾ ਮਤਲਬ ਮਾਇਆ ਦੇ ਨਾਲ ਬਹੁਤ ਪਿਆਰ ਕਰਨ ਵਾਲਾ, ਜਿਹਦਾ ਮਾਇਆ ਦੀ ਸੋਚ ਦੇ ਨਾਲ ਬਹੁਤ ਪਿਆਰ ਹੋਵੇ, ਵਿਕਾਰਾਂ ਦੇ ਨਾਲ। ਪਵੇ ਖੂਹ, ਜੇ ਉਹ ਖੂਹ ਦੇ ਵਿੱਚ ਡਿੱਗ ਪਏ, ਇਸ ਵਿਕਾਰਾਂ ਦੇ ਖੂਹ ਦੇ ਵਿੱਚ ਡਿੱਗਿਆ ਹੋਵੇ, ਮਾਇਆ ਦੇ ਖੂਹ ਵਿੱਚ ਡਿੱਗਿਆ ਹੋਵੇ, ਤਾਂ ਗੁਰੂ ਜੀ ਕਹਿੰਦੇ ਨੇ ਕਿ ਸੰਜਮ ਕਰਨਾ, ਤਾਂ ਸਾਨੂੰ ਕੋਈ ਸੰਜਮ ਕਰਨਾ ਚਾਹੀਦਾ ਹੈ। ਇੱਥੇ ਸੰਜਮ ਦਾ ਮਤਲਬ ਹੈ ਉਦਮ, ਬਚਾਅ। ਤਾਂ ਸਾਨੂੰ ਉਦਮ ਕਰਨਾ ਚਾਹੀਦਾ ਹੈ, ਸਾਨੂੰ ਉਦਮ ਕਰਨਾ ਚਾਹੀਦਾ ਹੈ। ਗੁਰੂ ਜੀ ਬਚਨ ਕਰ ਰਹੇ ਨੇ ਕਿ ਮਾਇਆ ਵਾਲੀ ਸੋਚ ਨਾਲ ਬਹੁਤਾ ਪਿਆਰ ਕਰਨ ਵਾਲਾ ਮਨੁੱਖ ਮਾਇਆ ਦੇ ਖੂਹ ਵਿੱਚ ਡਿੱਗਾ ਰਹਿੰਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਕਿ ਸਾਨੂੰ ਉਦਮ ਕਰਨਾ ਚਾਹੀਦਾ ਹੈ, ਕਿ ਸੰਜਮ ਕਰਨਾ, ਇਸ ਖੂਹ ਦੇ ਵਿੱਚ ਡਿੱਗਣ ਤੋਂ ਬਚਾਅ ਕਰਨਾ ਚਾਹੀਦਾ ਹੈ। ਇੱਕ ਤਾਂ ਅਸੀਂ ਉਹਦਾ ਵੀ ਬਚਾਅ ਕਰਨ ਦਾ ਯਤਨ ਕਰੀਏ ਜਿਹੜਾ ਡਿੱਗਿਆ ਹੈ, ਤੇ ਜਿਹੜੀ ਆਪਣੀ ਗੱਲ ਹੈ ਆਪ ਵੀ ਇਸ ਖੂਹ ਵਿੱਚ ਡਿੱਗਣ ਤੋਂ ਬਚਾਅ ਕਰਨਾ ਚਾਹੀਦਾ ਹੈ। ਮਤਾਂ ਅਸੀਂ ਵੀ ਖੂਹ ਦੇ ਵਿੱਚ ਡਿੱਗ ਪਈਏ, ਬਚਾਅ ਕਰਨਾ ਚਾਹੀਦਾ ਹੈ। ਜੇ ਕੋਈ ਮਾਇਆ ਨਾਲ ਪਿਆਰ ਕਰਨ ਵਾਲਾ ਬੰਦਾ ਇਸ ਮਾਇਆ ਮੋਹ ਦੇ ਖੂਹ ਵਿੱਚ ਡਿੱਗ ਗਿਆ ਹੈ, ਵਿਕਾਰਾਂ ਵਿੱਚ ਡਿੱਗ ਗਿਆ ਹੈ, ਅਹੰਕਾਰ ਦੇ ਵਿੱਚ ਡਿੱਗ ਕੇ ਆਤਮਿਕ ਮੌਤ ਤੇ ਮਰ ਗਿਆ ਹੈ, ਤਾਂ ਸਾਨੂੰ ਉਹਦੇ ਤੋਂ ਬਚਾਅ ਕਰਨਾ ਚਾਹੀਦਾ। ਸਾਨੂੰ ਉਸ ਖੂਹ ਦੇ ਵਿੱਚ ਨਹੀਂ ਡਿੱਗਣਾ ਚਾਹੀਦਾ। ਗੁਰਮੁਖ ਹੋਏ ਸੋ ਕਰੇ ਵਿਚਾਰ, ਉਸ ਅਲਿਪਤੋ ਰਹਿਣਾ। ਅਲਿਪਤ ਦਾ ਮਤਲਬ ਵੱਖਰਾ, ਨਿਰਾਲਾ, ਨਿਰਲੇਪ। ਗੁਰਮੁਖ ਦਾ ਮਤਲਬ ਜੋ ਗੁਰੂ ਦੀ ਸ਼ਰਨੀ ਪੈਂਦਾ ਹੈ। ਗੁਰਮੁਖ ਹੋਏ ਸੋ ਕਰੇ ਵਿਚਾਰ, ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਇਸ ਤੇ ਵਿਚਾਰ ਕਰਦਾ ਹੈ, ਉਹ ਇਹਨਾਂ ਚੀਜ਼ਾਂ ਨੂੰ ਵਿਚਾਰਦਾ ਹੈ ਕਿ ਵਿਕਾਰਾਂ ਦੇ ਵਿੱਚ ਨਹੀਂ ਡਿੱਗਣਾ। ਉਸ ਅਲਿਪਤੋ ਰਹਿਣਾ, ਤੇ ਉਹ ਇਸ ਮਾਇਆ ਦੇ ਮੋਹ ਰੂਪ ਖੂਹ ਤੋਂ ਅਲੇਪ ਰਹਿੰਦਾ ਹੈ। ਉਹ ਇਸ ਖੂਹ ਵਿੱਚ ਨਹੀਂ ਡਿੱਗਦਾ, ਨਿਰਲੇਪ ਰਹਿੰਦਾ ਹੈ। ਸੰਸਾਰ ਵਿੱਚ ਵਿਚਰਦਾ ਹੈ, ਆਪਣੀ ਜ਼ਿੰਦਗੀ ਸੱਚ ਨੂੰ ਆਧਾਰ ਬਣਾ ਕੇ ਜੀਂਦਾ ਹੈ, ਲੇਕਿਨ ਵਿਕਾਰਾਂ ਤੋਂ ਅਲੇਪ ਰਹਿੰਦਾ ਹੈ। ਈਗੋ ਤੋਂ ਬਚਿਆ ਰਹਿੰਦਾ ਹੈ, ਮਾਇਆ ਵਾਲੀ ਸੋਚ ਤੋਂ ਬਚਿਆ ਰਹਿੰਦਾ ਹੈ, ਈਰਖਾ, ਦਵੇਸ਼, ਵੈਰ, ਵਿਰੋਧ ਤੋਂ ਬਚਿਆ ਰਹਿੰਦਾ ਹੈ। ਉਹ ਇਸ ਖੂਹ ਦੇ ਵਿੱਚ ਨਹੀਂ ਡਿੱਗਦਾ ਕਿ ਇੱਕ ਡਿੱਗਿਆ ਹੋਏ ਤੇ ਦੂਜਾ ਵੀ ਡਿੱਗ ਜਾਏ। ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਬੰਦਾ ਵਿਚਾਰ ਕਰਦਾ ਹੈ। ਤਾਂ ਇਹਦਾ ਮਤਲਬ, ਜੇ ਅਸੀਂ ਗੁਰਬਾਣੀ ਨੂੰ ਪੜ੍ਹਦੇ, ਸੁਣਦੇ, ਵਿਚਾਰਦੇ ਔਰ ਅਮਲ ਵਿੱਚ ਲਿਆਉਂਦੇ ਹਾਂ, ਤਾਂ ਅਸੀਂ ਇਸ ਵਿਕਾਰਾਂ ਦੇ ਖੂਹ ਵਿੱਚ ਡਿੱਗਣ ਤੋਂ ਬਚ ਸਕਦੇ ਹਾਂ। ਔਰ ਜੇ ਕੋਈ ਇਹਨਾਂ ਵਿਕਾਰਾਂ ਦੇ ਖੂਹ ਵਿੱਚ ਡਿੱਗਿਆ ਹੋਇਆ ਹੈ, ਤਾਂ ਉਹਨੂੰ ਵੀ ਅਸੀਂ ਇਹ ਸਾਧਨ ਦੱਸ ਸਕਦੇ ਹਾਂ ਕਿ ਪਿਆਰਿਆ, ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਇਹਨਾਂ ਵਿਕਾਰਾਂ, ਪਾਪਾਂ, ਅਪਰਾਧਾਂ ਤੋਂ ਬਚਿਆ ਜਾ ਸਕਦਾ ਹੈ ਔਰ ਚੰਗੀ ਜ਼ਿੰਦਗੀ ਜੀਵੀ ਜਾ ਸਕਦੀ ਹੈ। ਹਰ ਨਾਮ ਜਪੈ ਆਪ ਉਧਰੈ, ਉਸ ਪਿੱਛੇ ਡੁੱਬਦੇ ਭੀ ਤਰਨਾ। ਨਾਮ ਦਾ ਮਤਲਬ ਹੁਕਮ, ਜਪ ਦਾ ਮਤਲਬ ਹੁੰਦਾ ਹੈ ਜਾਣਨਾ, ਸਾਂਝ ਪਾਣੀ। ਜਪੈ ਦਾ ਮਤਲਬ ਜਾਣੇ, ਸਾਂਝ ਪਾਏ। ਆਪ ਉਧਰੈ ਦਾ ਮਤਲਬ ਆਪ ਤਰਦਾ ਹੈ। ਕੌਣ? ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ। ਜੋ ਪਿਛਲੀ ਪੰਕਤੀ ਵਿੱਚ ਦੱਸਿਆ ਨਾ, ਗੁਰਮੁਖ ਹੋਏ ਸੋ ਕਰੇ ਵਿਚਾਰ, ਉਸ ਅਲਿਪਤੋ ਰਹਿਣਾ, ਕਿ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ, ਗੁਰੂ ਤੋਂ ਗਿਆਨ ਦੀ ਦਾਤ ਲੈਂਦਾ ਹੈ, ਉਹ ਵਿਚਾਰ ਕਰਦਾ ਹੈ ਔਰ ਨਿਰਲੇਪ ਰਹਿੰਦਾ ਹੈ। ਤੇ ਜ਼ਿੰਦਗੀ ਕਿਵੇਂ ਜੀਂਦਾ ਹੈ? ਹਰ ਨਾਮ ਜਪੈ, ਹਰੀ ਦੀ ਉਹ ਸਿਫਤ ਸਲਾਹ ਕਰਦਾ ਹੈ, ਰੱਬੀ ਰਜ਼ਾ ਦੇ ਵਿੱਚ ਤੁਰਦਾ ਹੈ, ਰੱਬੀ ਰਜ਼ਾ ਦੇ ਨਾਲ ਆਪਣੀ ਸਾਂਝ ਪਾਉਂਦਾ ਹੈ। ਆਪ ਉਧਰੈ, ਤੇ ਉਹ ਆਪ ਇਹਨਾਂ ਵਿਕਾਰਾਂ ਤੋਂ ਫਿਰ ਬਚ ਜਾਂਦਾ ਹੈ। ਜਿਹੜਾ ਬੰਦਾ ਗੁਰੂ ਦੇ ਦੱਸੇ ਰਾਹ ਤੇ ਚੱਲਦਾ ਹੈ, ਰੱਬੀ ਰਜ਼ਾ ਵਿੱਚ ਤੁਰਦਾ ਹੈ, ਰੱਬੀ ਗੁਣਾਂ ਦਾ ਧਾਰਨੀ ਹੁੰਦਾ ਹੈ, ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ, ਉਹ ਆਪ ਬਚ ਜਾਂਦਾ ਹੈ। ਉਸ ਪਿੱਛੇ ਡੁੱਬਦੇ ਭੀ ਤਰਨਾ,
ਤੇ ਉਹਦੇ ਪਿੱਛੇ ਉਹਦੇ ਪੂਰਨਿਆਂ ਤੇ ਤੁਰ ਕੇ ਜਿਹੜਾ ਡੁੱਬ ਰਿਹਾ ਹੁੰਦਾ ਉਹ ਵੀ ਤਰ ਜਾਂਦਾ ਹੈ। ਜੇ ਉਹਦੇ ਪੂਰਨਿਆਂ ਤੇ ਤੁਰੇ ਕੋਈ ਬੰਦਾ, ਉਹਦੇ ਪਿੱਛੇ ਤੁਰੇ, ਤਾਂ ਡੁੱਬਣ ਵਾਲਾ ਬੰਦਾ ਵੀ ਤਰ ਸਕਦਾ ਹੈ। ਜਿਹੜਾ ਚੰਗਾ ਇਨਸਾਨ ਹੈ ਨਾ, ਜੇ ਉਹਦੇ ਪੂਰਨਿਆਂ ਤੇ ਕੋਈ ਦੂਜਾ ਬੰਦਾ ਤੁਰੇ ਤਾਂ ਉਹ ਡੁੱਬਿਆ ਹੋਇਆ ਵੀ ਤਰ ਜਾਂਦਾ ਹੈ। ਕਿੰਨੇ ਸਾਰੀਆਂ ਮਿਸਾਲਾਂ ਸਾਨੂੰ ਇਤਿਹਾਸ ਤੋਂ ਮਿਲਦੀਆਂ ਨੇ। ਅੱਜ ਦੀ ਇਸ ਦੁਨੀਆ ਵਿੱਚ ਵੀ ਅਸੀਂ ਵੇਖਦੇ ਹਾਂ ਕਿ ਕਿੰਨੇ ਸਾਰੇ ਵਿਕਾਰੀ ਲੋਕ ਹੁੰਦੇ ਨੇ ਜੋ ਕਦੇ ਗੁਰਦੁਆਰਾ ਸਾਹਿਬ ਚਲੇ ਗਏ, ਪਾਵਨ ਬਾਣੀ ਸੁਣੀ ਔਰ ਉਹਨਾਂ ਨੇ ਉਹਨਾਂ ਵਿਕਾਰਾਂ ਨੂੰ ਛੱਡ ਦਿੱਤਾ ਔਰ ਉਹ ਚੰਗੇ ਇਨਸਾਨ ਬਣ ਗਏ। ਇਸੇ ਲਈ ਸੰਗਤ ਦੀ ਮਹਾਨਤਾ ਹੈ। ਤਾਂ ਇੱਥੇ ਸਾਨੂੰ ਇੱਕ ਹੋਰ ਚੀਜ਼ ਮਿਲ ਰਹੀ ਹੈ ਕਿ ਪਹਿਲੀ ਗੱਲ ਤੇ ਆਪ ਰੋਲ ਮਾਡਲ ਬਣਨਾ ਹੈ। ਸਾਡੇ ਪਿੱਛੇ ਲੱਗ ਕੇ ਕੋਈ ਹੋਰ ਬੰਦੇ ਦਾ ਵੀ ਉਧਾਰ ਹੋ ਸਕਦਾ ਹੈ, ਪਹਿਲੀ ਗੱਲ। ਤੇ ਦੂਜੀ ਗੱਲ ਇਹ ਹੈ ਕਿ ਜੇ ਕਿਤੇ ਸਾਡੇ ਅੰਦਰ ਕੋਈ ਦੋਸ਼ ਜਾਂ ਕਮੀ ਹੈ ਤਾਂ ਅਸੀਂ ਐਸੇ ਲੋਕਾਂ ਨੂੰ ਵੇਖਣਾ ਹੈ ਜਿਹੜੇ ਗੁਰਮਤ ਦੇ ਅਨੁਸਾਰ ਜ਼ਿੰਦਗੀ ਜੀ ਕੇ ਇਹਨਾਂ ਵਿਕਾਰਾਂ ਤੋਂ ਬਿਲਕੁਲ ਬਚੇ ਹੋਏ ਨੇ। ਤਾਂ ਅਸੀਂ ਵੀ ਉਹਨਾਂ ਦੀ ਤਰ੍ਹਾਂ ਉਸ ਰਾਸਤੇ ਨੂੰ ਅਪਣਾ ਕੇ ਵਿਕਾਰਾਂ ਤੋਂ ਬਚ ਜਾਣਾ ਹੈ। ਯਾਨੀ ਚੰਗੀ ਸੰਗਤ ਕਰਨੀ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਜੇ ਕੋਈ ਖੂਹ ਦੇ ਅੰਦਰ ਡਿੱਗੇ ਹੋਏ ਬੰਦੇ ਨੂੰ ਵੇਖ ਕੇ ਉਹਦੇ ਵਿੱਚ ਛਾਲ ਮਾਰੇਗਾ ਤਾਂ ਉਹਦੀ ਮੌਤ ਹੋਏਗੀ, ਆਤਮਿਕ ਮੌਤ ਤੇ ਮਰੇਗਾ। ਤੇ ਜੇ ਕੋਈ ਗੁਰਮਤ ਅਨੁਸਾਰ ਜ਼ਿੰਦਗੀ ਜੀਣ ਵਾਲੇ ਇਨਸਾਨ ਨੂੰ ਵੇਖ ਕੇ ਗੁਰਮਤ ਵਾਲੀ ਜ਼ਿੰਦਗੀ ਜੀਵੇਗਾ ਤਾਂ ਉਸ ਇਨਸਾਨ ਦਾ ਪਾਰ ਉਤਾਰਾ ਹੋ ਜਾਏਗਾ। ਨਾਨਕ ਜੋ ਤਿਸ ਭਾਵੈ ਸੋ ਕਰੇ, ਜੋ ਦੇ ਸੋ ਸਹਿਣਾ। ਹੁਣ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇ ਭਾਈ, ਜੋ ਕੁਝ ਪ੍ਰਭੂ ਨੂੰ ਭਾਉਂਦਾ ਹੈ ਉਹ ਹੀ ਕਰਦਾ ਹੈ। ਜੋ ਤਿਸ ਭਾਵੈ ਸੋ ਕਰੇ, ਕਿ ਜੋ ਪ੍ਰਭੂ ਨੂੰ ਭਾਉਂਦਾ ਹੈ ਉਹ ਹੀ ਕਰਦਾ ਹੈ। ਮਤਲਬ ਕਿ ਇਸ ਜਗਤ ਦੇ ਅੰਦਰ ਰੱਬ ਦਾ ਹੁਕਮ ਵਰਤ ਰਿਹਾ ਹੈ। ਹੁਕਮ, ਰਜ਼ਾ, ਭਾਣਾ। ਇਸ ਰਜ਼ਾ ਭਾਣੇ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਉਹ ਹੀ ਹੁੰਦਾ ਜੋ ਰੱਬ ਦੀ ਰਜ਼ਾ ਵਿੱਚ ਹੋ ਰਿਹਾ ਹੈ, ਉਹ ਹੀ ਰੱਬ ਕਰਦਾ ਹੈ। ਰੱਬ ਦਾ ਹੁਕਮ ਜੋ ਕਰ ਰਿਹਾ ਹੈ, ਜੋ ਸਿਸਟਮ ਦੇ ਅੰਦਰ ਹੈ, ਉਹ ਹੀ ਹੋ ਸਕਦਾ ਹੈ। ਉਹਦੇ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਜੋ ਦੇ ਸੋ ਸਹਿਣਾ, ਜੋ ਕੁਝ ਪ੍ਰਭੂ ਦਿੰਦਾ ਹੈ ਉਹੀ ਜੀਵ ਸਹਾਰਦਾ ਹੈ। ਸਹਾਰਦਾ ਹੈ, ਜੋ ਦਿੰਦਾ ਹੈ ਉਹ ਸਹਾਰਦਾ ਹੈ। ਸਹਾਰਨਾ ਪੈਣਾ ਹੈ। ਹੁਣ ਇਹ ਚੀਜ਼ ਨਾ ਥੋੜੀ ਜਿਹੀ ਸਮਝਣ ਵਾਲੀ ਹੈ ਕਿ ਰੱਬੀ ਹੁਕਮ ਦੇ ਅੰਦਰ ਹੋਣਾ ਹੈ ਜੋ ਕੁਝ ਵੀ ਹੋਣਾ ਹੈ। ਜੋ ਤਿਸ ਭਾਵੈ ਸੋ ਕਰੇ ਦਾ ਮਤਲਬ ਰੱਬ ਦੇ ਹੁਕਮ ਵਿੱਚ ਹੋਣਾ ਹੈ ਜੋ ਵੀ ਹੋਣਾ ਹੈ। ਜਿਹੜਾ ਵੀ ਰਿਜ਼ਲਟ ਨਿਕਲਣਾ ਹੈ ਨਾ ਕਿਸੇ ਵੀ ਕਰਮ ਦਾ, ਉਹਦਾ ਕਰਮ ਰੱਬੀ ਹੁਕਮ ਦੇ ਅੰਦਰ ਨਿਕਲਣਾ ਹੈ, ਹੁਕਮ ਤੋਂ ਉਲਟ ਨਹੀਂ ਨਿਕਲਣਾ। ਤੇ ਫਿਰ ਜੈਸਾ ਅਸੀਂ ਬੀਜ ਬੀਜਾਂਗੇ ਉਹ ਫਲ ਸਾਨੂੰ ਖਾਣਾ ਪਵੇਗਾ। ਜੋ ਦੇ ਸੋ ਸਹਿਣਾ, ਉਹ ਸਹਾਰਨਾ ਪੈਣਾ ਹੈ, ਉਹ ਖਾਣਾ ਪੈਣਾ ਹੈ। ਮੰਨ ਲਓ ਕਿੱਕਰਾਂ ਦੇ ਬੀਜ ਬੀਜੇ ਨੇ, ਜਿਵੇਂ ਬਾਬਾ ਫਰੀਦ ਜੀ ਕਹਿੰਦੇ ਨੇ, ਲੋੜੈ ਦਾਖ ਬਿਜੋਰੀਆਂ ਕਿੱਕਰ ਬੀਜੇ ਜੱਟ। ਜੇ ਕੋਈ ਕਿਸਾਨ ਬੰਦਾ ਆਪਣੇ ਪੈਲੀਆਂ ਵਿੱਚ ਕਿੱਕਰ ਬੀਜਦਾ ਹੈ ਤੇ ਹੁਣ ਉਹਨਾਂ ਕਿੱਕਰਾਂ ਤੋਂ ਅੰਗੂਰਾਂ ਦੇ ਫਲ ਨਹੀਂ ਖਾਦੇ ਜਾ ਸਕਦੇ। ਕਿੱਕਰਾਂ ਨਾਲ ਅੰਗੂਰਾਂ ਦੇ ਫਲ ਨਹੀਂ ਲੱਗਣੇ। ਇਹ ਸਿਸਟਮ ਦੇ ਵਿੱਚ ਹੈ, ਜਿਹੜਾ ਬੀਜ ਬੀਜਿਆ ਹੈ ਉਹ ਹੀ ਉਗਣਾ। ਹੰਡ ਹੈ ਉੱਨ ਕਤਾਏ ਦਾ ਪੈਂਦਾ ਲੋੜੇ ਪੱਟ। ਭੇਡਾਂ ਦੀ ਉੱਨ ਮਨਾ ਲਈ, ਭੇਡਾਂ ਮੁੰਨ ਲਈਆਂ, ਭੇਡਾਂ ਦੀ ਉੱਨ ਵਾਲਾਂ ਦੇ ਨਾਲ ਉੱਨ ਕਤਾ ਲਈ। ਤੇ ਹੁਣ ਉਹ ਜਿਹੜੀ ਭੇਡਾਂ ਦੀ ਉੱਨ ਕੱਤੀ ਹੋਈ ਹੈ ਉਹਦੇ ਨਾਲ ਕਿਸੇ ਖੱਡੀ ਵਾਲੇ ਕੋਲ ਜਾ ਕੇ ਕਹੇ ਕਿ ਮੈਨੂੰ ਰੇਸ਼ਮੀ ਕੱਪੜੇ ਬਣਾ ਦੇ, ਤਾਂ ਉਸ ਉੱਨ ਦੇ ਨਾਲ ਰੇਸ਼ਮੀ ਕੱਪੜੇ ਨਹੀਂ ਬਣਦੇ। ਸਿਸਟਮ ਦੇ ਵਿੱਚ ਹੀ ਹੈ ਨਹੀਂ, ਉੱਨ ਤੋਂ ਰੇਸ਼ਮੀ ਕੱਪੜੇ ਬਣ ਹੀ ਨਹੀਂ ਸਕਦੇ। ਇਸੇ ਤਰ੍ਹਾਂ ਜੇ ਕੋਈ ਬੰਦਾ ਆਪਣੇ ਦਿਮਾਗ ਦੇ ਅੰਦਰ ਨੈਗੇਟਿਵ ਬੋਲ ਬੋਲ ਕੇ ਪਾਉਂਦਾ ਹੈ ਜਾਂ ਮਾੜੇ ਕਰਮ ਕਰਦਾ ਹੈ, ਸੋਚ ਮਾੜੀ ਹੈ, ਤਾਂ ਸਿਸਟਮ ਦੇ ਅੰਦਰ ਉਸ ਸੋਚ ਦਾ ਫਲ ਮਿਲਣਾ ਹੈ। ਜੈਸੀ ਸੋਚ ਹੈ ਉਹ ਫਲ ਮਿਲਣਾ ਹੈ, ਰਿਜ਼ਲਟ ਉਹਦਾ ਨਿਕਲਦਾ। ਤੇ ਨੈਗੇਟਿਵ ਸੋਚ ਸੋਚ ਕੇ ਜੇ ਬੰਦਾ ਪੋਜ਼ਿਟਿਵ ਉਹਦਾ ਫਲ ਪਾਣਾ ਚਾਹੇ ਤਾਂ ਕਦੇ ਨਹੀਂ ਹੋਣਾ। ਜੋ ਹੁਕਮ ਦੇ ਅੰਦਰ ਹੈ ਉਹ ਸਹਾਰਨਾ ਪੈਣਾ ਹੈ। ਇਸ ਲਈ ਬੀਜ ਬੀਜਣ ਤੋਂ ਪਹਿਲਾਂ ਸੋਚੋ ਕਿ ਤੁਸੀਂ ਚਾਹੁੰਦੇ ਕੀ ਹੋ, ਸੁੱਖ ਜਾਂ ਦੁੱਖ। ਜੇ ਸੁੱਖ ਚਾਹੁੰਦੇ ਹੋ ਤਾਂ ਉਹਦੇ ਵਾਸਤੇ ਪੋਜ਼ਿਟਿਵ ਸਕਾਰਾਤਮਕ ਬੋਲ ਬੋਲੋ, ਸਕਾਰਾਤਮਕ ਕਰਮ ਕਰੋ, ਚੰਗੀ ਕਿਰਤ ਕਰੋ, ਪਿਆਰ ਮੁਹੱਬਤ ਵਾਲੇ ਬੀਜ ਬੀਜੋ, ਉਹ ਉਗਣਗੇ। ਉਹਦਾ ਫਲ ਤੁਹਾਨੂੰ ਸੁੱਖ, ਸ਼ਾਂਤੀ, ਆਨੰਦ, ਖੇੜਾ, ਪ੍ਰਸੰਨਤਾ ਮਿਲੇਗਾ। ਤੇ ਜੇ ਕੋਈ ਆਪਣੀ ਸੋਚ ਦੇ ਅੰਦਰ ਨੈਗੇਟਿਵ ਬੋਲ
ਨੈਗੇਟਿਵ ਬੀਜ, ਪਾਪਾਂ ਵਿਕਾਰਾਂ ਦੇ ਬੀਜ ਬੀਜਦਾ ਹੈ ਤਾਂ ਉਹਦਾ ਜਿਹੜਾ ਰਿਜ਼ਲਟ ਹੈ ਉਹ ਦੁੱਖਾਂ ਦੇ ਵਿੱਚ ਨਿਕਲਣਾ ਹੈ ਤੇ ਉਹ ਸਹਿਣਾ ਪੈਣਾ ਹੈ। ਤਾਂ ਹੁਣ ਇਹਦਾ ਮਤਲਬ ਜੋ ਵੀ ਸੁੱਖ ਔਰ ਦੁੱਖ ਨੇ ਉਹ ਸਾਡੇ ਆਪਣੇ ਬੀਜੇ ਹੋਏ ਕੀਤੇ ਹੋਏ ਕਰਮਾਂ ਦਾ ਫਲ ਹੈ, ਜੋ ਅਸੀਂ ਸੋਚਦੇ ਹਾਂ, ਜੋ ਬੋਲਦੇ ਹਾਂ, ਜੋ ਕਰਦੇ ਹਾਂ। ਤਾਂ ਜੇ ਫਲ ਕਿਤੇ ਦੁੱਖ ਵਿੱਚ ਨਿਕਲ ਰਿਹਾ ਹੈ ਤਾਂ ਆਪਣੀ ਸੋਚ ਨੂੰ ਬਦਲਣ ਦੀ ਲੋੜ ਹੈ। ਤਾਂ ਜੋ ਪ੍ਰਭੂ ਦੇ ਹੁਕਮ ਵਿੱਚ ਹੁੰਦਾ ਹੈ ਉਹੀ ਵਾਪਰਦਾ ਹੈ ਤੇ ਹੁਕਮ ਦੇ ਅੰਦਰ ਆਪਣੇ ਕੀਤੇ ਕਰਮ ਤੋਂ ਬਚਿਆ ਨਹੀਂ ਜਾ ਸਕਦਾ, ਉਹਨੂੰ ਸਹਿਣਾ ਪੈਣਾ ਹੈ। ਜੈਸਾ ਬੀਜੇਗਾ ਵੈਸਾ ਵੱਢਣਾ ਪਏਗਾ। ਮਹਿਲਾ ਪਹਿਲਾ, ਨਾਨਕ ਆਖੈ ਰੇ ਮਨਾ, ਸੁਣੀਏ ਸਿੱਖ ਸਹੀ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇ ਮੇਰੇ ਮਨ, ਸਹੀ ਦਾ ਮਤਲਬ ਸੱਚੀ, ਸਿੱਖ ਦਾ ਮਤਲਬ ਸਿੱਖਿਆ। ਇੱਥੇ ਸਿੱਖ ਦਾ ਮਤਲਬ ਸਿੱਖ ਪੁਲਿੰਗ ਨਹੀਂ ਹੈ, ਇੱਥੇ ਸਿੱਖ ਫੀਮੇਲ ਜੈਂਡਰ ਹੈ, ਇਸਤਰੀ ਲਿੰਗ ਹੈ, ਸਿੱਖਿਆ। ਸਹੀ ਦਾ ਮਤਲਬ ਠੀਕ, ਸੱਚੀ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਹਨ ਕਿ ਹੇ ਮੇਰੇ ਮਨ, ਸੱਚੀ ਸਿੱਖਿਆ ਸੁਣ। ਯਾਨੀ ਜਦੋਂ ਵੀ ਸੁਣੇ ਸੱਚ ਸੁਣ, ਸੱਚ ਦੇ ਉੱਤੇ ਅਮਲ ਕਰ, ਸੱਚ ਨੂੰ ਮੰਨ। ਜੇ ਝੂਠ ਸੁਣੇਗਾ, ਮੂਰਖ ਦੀ ਗੱਲ ਸੁਣੇਗਾ, ਮੂਰਖਾਂ ਦੀ ਗੱਲ ਮੰਨੇਗਾ, ਝੂਠ ਸੁਣੇਗਾ, ਝੂਠ ਮੰਨੇਗਾ ਤਾਂ ਉਹਦਾ ਰਿਜ਼ਲਟ ਵੈਸਾ ਹੀ ਨਿਕਲੇਗਾ। ਇਸ ਲਈ ਨਾਨਕ ਆਖਦਾ ਹੈ ਕਿ ਹੇ ਮਨ, ਸੱਚੀ ਸਿੱਖਿਆ ਸੁਣ, ਭਾਵ ਸੱਚ ਸੁਣ। ਲੇਖਾ ਰੱਬ ਮੰਗੇਸੀਆ, ਬੈਠਾ ਕੱਢ ਵਹੀ। ਰੱਬ ਵਹੀ ਕੱਢ ਕੇ ਬੈਠਾ ਹੈ ਤੇ ਇਥੋਂ ਲੇਖਾ ਮੰਗੇਗਾ। ਰੱਬ ਲੇਖਾ ਮੰਗੇਗਾ, ਵਹੀ ਕੱਢ ਕੇ ਬੈਠਾ ਹੈ। ਹੁਣ ਇਹ ਗੱਲ ਨਾ ਸਮਝਣ ਵਾਲੀ ਹੈ। ਹਿੰਦੂ ਵੀਰ ਧਰਮਰਾਜ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਕਿ ਮਰਨ ਤੋਂ ਬਾਅਦ ਧਰਮਰਾਜ ਲੇਖਾ ਮੰਗਦਾ ਹੈ। ਤਾਂ ਉਹਨਾਂ ਨੂੰ ਸਮਝਾਉਣ ਵਾਸਤੇ ਧਰਮਰਾਜ ਸ਼ਬਦ ਵਰਤਿਆ ਹੈ, ਧਰਮਰਾਏ ਜਬ ਲੇਖਾ ਮੰਗੇ। ਤੇ ਮੁਸਲਮਾਨ ਵੀਰ ਮੰਨਦੇ ਨੇ ਕਿ ਜਿਹੜਾ ਖੁਦਾ ਹੈ, ਕਿਆਮਤ ਤੋਂ ਬਾਅਦ ਜਦੋਂ ਸਾਰੀ ਦੁਨੀਆ ਖਤਮ ਹੋ ਜਾਏਗੀ ਤੇ ਉਸ ਤੋਂ ਬਾਅਦ ਸਾਰੀ ਮੁਰਦਿਆਂ ਨੂੰ ਉਠਾ ਲਿਆ ਜਾਏਗਾ ਤੇ ਰੱਬ ਫਿਰ ਲੇਖਾ ਮੰਗੇਗਾ ਵਹੀ ਕੱਢ ਕੇ। ਤਾਂ ਗੁਰੂ ਜੀ ਕਹਿੰਦੇ ਨੇ ਕਿ ਹੇ ਮੇਰੇ ਮਨ, ਸੱਚੀ ਸਿੱਖਿਆ ਸੁਣ ਕਿ ਤੇਰੇ ਤੋਂ ਲੇਖਾ ਮੰਗਿਆ ਜਾਣਾ ਹੈ। ਹੁਣ ਇਹ ਗੁਰੂ ਜੀ ਉਹ ਸ਼ਬਦਾਵਲੀ ਨੂੰ ਵਰਤ ਰਹੇ ਨੇ। ਲੇਖਾ ਮੰਗਿਆ ਜਾਣ ਦਾ ਮਤਲਬ ਕਿ ਲੇਖਾ ਹੋ ਰਿਹਾ ਹੈ ਤੇ ਲੇਖਾ ਹਰ ਪਲ ਹੋ ਰਿਹਾ ਹੈ। ਇਹ ਵਿਚਾਰ ਆਪਾਂ ਕਈ ਵਾਰ ਕਰ ਚੁੱਕੇ ਹਾਂ ਕਿ ਇਸ ਸਿਸਟਮ ਦੇ ਅੰਦਰ ਜੋ ਕੁਝ ਵੀ ਤੁਸੀਂ ਲਿਖ ਰਹੇ ਹੋ ਉਹਦਾ ਰਿਜ਼ਲਟ ਤੁਹਾਨੂੰ ਭੁਗਤਣਾ ਪੈਣਾ ਹੈ, ਮੈਨੂੰ ਭੁਗਤਣਾ ਪੈਣਾ ਹੈ। ਲੇਖਾ ਜੋਖਾ ਹੋ ਰਿਹਾ ਹੈ, ਨਾਲ ਦੇ ਨਾਲ ਹੋ ਰਿਹਾ ਹੈ। ਜਿਵੇਂ ਮੈਂ ਨੈਗੇਟਿਵ ਸੋਚਦਾ ਹਾਂ ਤਾਂ ਉਹ ਅੰਦਰ ਲਿਖਿਆ ਜਾ ਰਿਹਾ ਹੈ ਮੇਰੇ ਆਪਣੇ ਅੰਦਰ, ਤੇ ਮੇਰੇ ਅੰਦਰ ਨੈਗੇਟਿਵ ਨਿਊਰੋਨਲ ਪੈਟਰਨ ਬਣ ਰਿਹਾ ਹੈ ਤੇ ਉਹੋ ਜਿਹਾ ਮੇਰਾ ਸੁਭਾਅ ਬਣ ਜਾਣਾ ਹੈ, ਆਦਤਾਂ ਬਣ ਜਾਣੀਆਂ ਨੇ। ਉਹਨਾਂ ਆਦਤਾਂ ਮੁਤਾਬਕ ਮੇਰੇ ਕੰਮ ਹੋਣਗੇ ਤੇ ਉਹਨਾਂ ਕੰਮਾਂ ਦਾ ਹੀ ਰਿਜ਼ਲਟ ਨਿਕਲੇਗਾ। ਤਾਂ ਇਹ ਲੇਖਾ ਦੇਣਾ ਪੈ ਰਿਹਾ ਹੈ। ਜੇ ਮੈਂ ਪੋਜ਼ਿਟਿਵ ਸੋਚਦਾ ਤਾਂ ਮੇਰੇ ਅੰਦਰ ਪੋਜ਼ਿਟਿਵ ਨਿਊਰੋਨਲ ਪੈਟਰਨ ਬਣਦਾ ਹੈ, ਮੇਰੀਆਂ ਆਦਤਾਂ ਚੰਗੀਆਂ ਬਣ ਜਾਂਦੀਆਂ ਨੇ, ਸੁਭਾਅ ਚੰਗਾ ਬਣ ਜਾਂਦਾ ਹੈ ਤੇ ਚੰਗੀ ਬੋਲਚਾਲ ਦਾ, ਚੰਗੇ ਕਰਮਾਂ ਦਾ ਫਲ ਵੀ ਚੰਗਾ ਨਿਕਲੇਗਾ। ਇਹ ਲੇਖਾ ਹੋ ਰਿਹਾ ਹੈ, ਹਰ ਥਾਂ ਦੇ ਉੱਤੇ ਲੇਖਾ ਮੰਗਿਆ ਜਾ ਰਿਹਾ ਹੈ, ਹੋ ਰਿਹਾ ਹੈ, ਨਾਲ ਦੇ ਨਾਲ ਫਲ ਜਿਹੜਾ ਹੈ ਮਿਲ ਰਿਹਾ ਹੈ। ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਏ ਕਿਸੇ ਥਾਂ। ਹੁਣ ਇੱਕ ਗੱਲ ਆਪਾਂ ਹੋਰ ਛੋਟੀ ਜੀ ਕਰਨ ਦਾ ਯਤਨ ਕਰੀਏ ਕਿ ਜੇ ਲੇਖਾ ਹੋਵੇ, ਲੇਖਾ ਮੰਗਿਆ ਜਾਏ, ਮੰਗਿਆ ਜਾ ਰਿਹਾ ਹੈ, ਤਾਂ ਫਿਰ ਮੈਂ ਜਾਂ ਤੁਸੀਂ ਜਾਂ ਹੋਰ ਕੋਈ ਥਰਡ ਪਰਸਨ ਕਿਵੇਂ ਮੂੰਹ ਵਿਖਾਏਗਾ? ਇਹ ਚੀਜ਼ਾਂ ਸਮਝਣ ਵਾਲੀਆਂ ਨੇ। ਇਸ ਦੁਨੀਆ ਦੇ ਅੰਦਰ ਦੇਖਦੇ ਹਾਂ ਅਸੀਂ ਕਿ ਸਮਾਜ ਦੇ ਵਿੱਚੋਂ ਅਸੀਂ ਕਿੰਨਾ ਕੁਝ ਲਿਆ ਹੈ। ਹਰ ਇਨਸਾਨ ਨੇ ਜੋ ਵੀ ਸਾਨੂੰ ਮਿਲਿਆ ਹੈ, ਜੇ ਸਾਡੀ ਧਰਤੀ ਹੈ, ਜ਼ਮੀਨ ਹੈ, ਜਾਇਦਾਦ ਹੈ, ਪ੍ਰੋਪਰਟੀ ਹੈ, ਬਹੁਤ ਕੁਝ ਇਸ ਸਮਾਜ ਵਿੱਚੋਂ ਸਾਨੂੰ ਮਿਲਿਆ ਹੈ। ਤੇ ਜੇ ਸਮਾਜ ਪੁੱਛੇ ਜਾਂ ਮੈਂ ਆਪਣੇ ਆਪ ਤੋਂ ਪੁੱਛਾਂ ਵੀ ਮੈਂ ਸਮਾਜ ਵਾਸਤੇ ਕੀ ਕੀਤਾ ਹੈ, ਜੇ ਮੈਂ ਲੇਖਾ ਜੋਖਾ ਕਰਾਂ ਕਿ ਇੰਨਾ ਕੁਝ ਇਸ ਸਮਾਜ ਵਿੱਚੋਂ, ਦੁਨੀਆ ਵਿੱਚੋਂ ਮੈਨੂੰ ਮਿਲਿਆ ਹੈ, ਸੰਸਾਰ ਵਿੱਚੋਂ ਮਿਲਿਆ ਹੈ, ਤੇ ਮੈਂ ਇਸ ਦੁਨੀਆ ਵਾਸਤੇ ਕੀ ਕੀਤਾ ਹੈ। ਮੈਨੂੰ ਪੀਣ ਲਈ ਪਾਣੀ ਮਿਲ ਰਿਹਾ ਹੈ, ਖਾਣ ਲਈ ਭੋਜਨ ਧਰਤੀ ਚੋਂ ਮਿਲ ਰਿਹਾ ਹੈ, ਹਵਾ ਲੈਣ ਲਈ ਮੈਨੂੰ, ਸਵਾਸ ਲੈਣ ਲਈ ਮੈਨੂੰ ਹਵਾ ਮਿਲ ਰਹੀ ਹੈ, ਸਾਰਾ ਕੁਝ ਮਿਲ ਰਿਹਾ ਨਾ, ਸੂਰਜ ਤੋਂ, ਚੰਦਰਮਾ ਤੋਂ, ਸੰਸਾਰ ਤੋਂ ਕਿੰਨਾ ਕੁਝ ਮਿਲ ਰਿਹਾ ਹੈ। ਤੇ ਮੈਂ ਸੰਸਾਰ ਵਾਸਤੇ ਕੀ ਕੀਤਾ ਹੈ?
ਹਵਾ ਵਿੱਚ ਮੈਂ ਪੋਲੂਸ਼ਨ ਫੈਲਾਇਆ ਹੈ, ਪਾਣੀ ਨੂੰ ਮੈਂ ਗੰਦਲਾ ਕੀਤਾ ਹੈ, ਧਰਤੀ ਤੇ ਮੈਂ ਗੰਦਗੀ ਫੈਲਾਈ ਹੈ, ਇਸ ਸਮਾਜ ਅੰਦਰ ਮੈਂ ਈਰਸ਼ਾ, ਦਵੇਸ਼, ਵੈਰ ਵਿਰੋਧ ਫੈਲਾਈ ਹੈ, ਰਿਸ਼ਵਤਖੋਰੀ, 2 ਨੰਬਰ ਦੇ ਧੰਦੇ ਫੈਲਾਏ ਨੇ, ਤਾਂ ਕੀ ਮੈਂ ਲੇਖਾ ਦੇਣ ਜੋਗਾ ਹੈਗਾ? ਜੇ ਮੇਰੇ ਤੋਂ ਪੁੱਛਿਆ ਜਾਏ ਕਿ ਸਮਾਜ ਤੋਂ, ਸੰਸਾਰ ਤੋਂ ਇੰਨਾ ਕੁਝ ਲਿਆ ਹੈ ਤੇ ਮੈਂ ਸੰਸਾਰ ਲਈ ਕੀ ਕੀਤਾ ਹੈ, ਮੇਰੀ ਦੇਣ ਕੀ ਹੈ, ਤਾਂ ਮੈਂ ਕੀ ਮੂੰਹ ਖਾਣ ਜੋਗਾ ਰਹਿ ਜਾਵਾਂਗਾ? ਕਿ ਮੈਂ ਸਮਾਜ ਵਿੱਚ ਜਾਤੀਵਾਦ, ਈਰਖਾ, ਦਵੇਸ਼, ਵੈਰ ਵਿਰੋਧ ਫੈਲਾਇਆ, ਦਾਜ ਦਹੇਜ ਦੀਆਂ ਲਾਨਤਾਂ ਫੈਲਾਈਆਂ ਨੇ, ਔਰ ਸਾਰਾ ਕੁਝ ਮੈਂ ਕਰਪਸ਼ਨ ਫੈਲਾਇਆ, ਮੂੰਹ ਖਾਣ ਜੋਗਾ ਨਹੀਂ ਨਾ। ਜਿਹੜੇ ਬੱਚੇ ਮਾਂ-ਬਾਪ ਨੂੰ ਛੱਡ ਗਏ ਨੇ, ਮਾਂ-ਬਾਪ ਦੀ ਇੱਜ਼ਤ ਸਤਿਕਾਰ ਨਹੀਂ ਕਰਦੇ, ਤੇ ਜੇ ਉਹਨਾਂ ਤੋਂ ਪੁੱਛਿਆ ਜਾਏ ਕਿ ਤੁਹਾਡੇ ਮਾਂ-ਬਾਪ ਨੇ ਤੁਹਾਨੂੰ ਇਸ ਕਰਕੇ ਜੰਮਿਆ ਸੀ ਕਿ ਤੁਸੀਂ ਫਰਜ਼ ਪੂਰੇ ਕਰ ਰਹੇ ਹੋ, ਤਾਂ ਉਹ ਕੀ ਮੂੰਹ ਖਾਣਗੇ, ਕੀ ਜਵਾਬ ਹੋਏਗਾ? ਇਸੇ ਤਰ੍ਹਾਂ ਬਹੁਤ ਸਾਰੇ ਮਾਂ-ਬਾਪ ਨੇ, ਉਹ ਆਪਣੇ ਐਸ਼ੋ ਇਸ਼ਰਤ ਵਾਸਤੇ ਬੱਚਿਆਂ ਨੂੰ ਛੱਡ ਗਏ ਨੇ, ਉਹਨਾਂ ਤੋਂ ਪੁੱਛਿਆ ਜਾਏ ਕਿ ਇਸ ਵਾਸਤੇ ਜੰਮੇ ਸਨ ਤੁਸੀਂ, ਕੀ ਮੂੰਹ ਖਾਣਗੇ? ਇਸੇ ਤਰ੍ਹਾਂ ਅਸੀਂ ਥੋੜਾ ਹੋਰ ਅੱਗੇ ਚੱਲੀਏ। ਰੱਬ ਨੇ ਜਿਹਦੇ ਵਿੱਚ ਅਸੀਂ ਵਿਸ਼ਵਾਸ ਰੱਖਦੇ ਹਾਂ, ਇਹ ਕਿੰਨਾ ਵੱਡਾ ਖਲਜਗਨ ਪੈਦਾ ਕੀਤਾ ਹੈ, ਕਿੰਨਾ ਕੁਝ ਸਾਨੂੰ ਦਿੱਤਾ ਹੈ, ਤੇ ਜੇ ਅਸੀਂ ਇਹ ਪੁੱਛਿਆ ਜਾਏ ਵੀ ਰੱਬ ਦਾ ਕਦੇ ਸ਼ੁਕਰਾਨਾ ਕੀਤਾ ਹੈ, ਜੋ ਦਾਤਾਂ ਤੁਹਾਨੂੰ ਦਿੱਤੀਆਂ ਨੇ, ਕਦੇ ਸ਼ੁਕਰਾਨਾ ਕੀਤਾ ਹੈ, ਉਹਦੀ ਰਜ਼ਾ ਵਿੱਚ ਤੁਰਿਆ, ਤਾਂ ਕੀ ਮੂੰਹ ਖਾਵਾਂਗੇ ਵੀ ਕਦੇ ਸ਼ੁਕਰਾਨਾ ਨਹੀਂ ਕੀਤਾ, ਰਜ਼ਾ ਵਿੱਚ ਵੀ ਨਹੀਂ ਤੁਰੇ? ਜੇ ਆਪਾਂ ਗੁਰੂ ਦੀ ਗੱਲ ਕਰੀਏ, ਗੁਰੂ ਸਾਹਿਬਾਨ ਨੇ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਕਿੰਨੀਆਂ ਘਾਲਣਾ ਘਾਲੀਆਂ ਨੇ। ਗੁਰੂ ਜੀ 4 ਉਦਾਸੀਆਂ ਕਰ ਰਹੇ ਨੇ, ਅੱਗੇ ਗੁਰੂ ਅਰਜਨ ਪਾਤਸ਼ਾਹ ਜੀ ਤੱਤੀ ਤਵੀ ਤੇ ਬੈਠ ਸ਼ਹੀਦ ਹੋ ਰਹੇ ਨੇ, ਗੁਰੂ ਤੇਗ ਬਹਾਦਰ ਜੀ ਸ਼ਹੀਦੀ ਦੇ ਰਹੇ ਨੇ, ਗੁਰੂ ਗੋਬਿੰਦ ਸਿੰਘ ਜੀ ਆਪਣਾ ਆਪਾ ਵੀ, ਮਾਂ-ਬਾਪ ਵੀ, ਬੱਚੇ ਵੀ ਵਾਰ ਰਹੇ ਨੇ। ਤੇ ਜੇ ਸਾਡੇ ਤੋਂ ਕੁਝ ਪੁੱਛੇ ਵੀ ਗੁਰੂ ਸਾਹਿਬ ਨੇ ਇੰਨਾ ਕੁਝ ਕੀਤਾ, ਤੇ ਤੁਸੀਂ ਗੁਰੂ ਦੇ ਕਿਹੜੇ-ਕਿਹੜੇ ਬਚਨ ਮੰਨੇ ਨੇ, ਜਾਂ ਕਿਹੜੇ ਬਚਨਾਂ ਤੇ ਪਾਣੀ ਦਿੱਤਾ ਹੈ? ਗੁਰੂ ਜੀ ਇੱਕ ਬਚਨ ਤੁਹਾਨੂੰ ਕਹਿ ਗਏ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਤੇ ਤੁਸੀਂ ਉਸ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਵੀ ਡੇਰਿਆਂ ਤੇ ਬਾਬਿਆਂ ਕੋਲ ਮੱਥੇ ਟੇਕਦੇ ਫਿਰਦੇ ਹੋ। ਸਿੱਖ ਕੀ ਮੂੰਹ ਖਾਏਗਾ? ਕੀ ਮੂੰਹ ਖਾਏਗਾ? ਲੇਖਾ ਜੋਖਾ ਤਾਂ ਹੋ ਰਿਹਾ। ਬਾਕੀ ਸਾਰੀਆਂ ਗੱਲਾਂ ਵਿੱਚ ਛੱਡੋ, ਬੰਦਾ ਆਪਣੇ ਆਪ ਤੋਂ ਪੁੱਛੇ। ਹੁਣ ਮੈਂ ਆਪਣੀ ਗੱਲ ਕਰਾਂ, ਮੈਂ ਆਪਣੇ ਆਪ ਤੋਂ ਪੁੱਛਾਂ ਕਿ ਜੋ ਇਹਨਾਂ ਵੀਰਾਂ ਭੈਣਾਂ ਨਾਲ ਮੈਂ ਗੱਲਬਾਤ ਕਰ ਰਿਹਾ ਕਲਾਸ ਵਿੱਚ, ਤਾਂ ਕੀ ਮੈਂ ਆਪ ਇਹਨਾਂ ਗੱਲਾਂ ਦਾ ਧਾਰਨੀ ਹਾਂ? ਕਿ ਮੈਂ ਅੰਦਰੋਂ ਬਾਹਰੋਂ ਇੱਕ ਹਾਂ? ਜੇ ਮੇਰੇ ਅੰਦਰੋਂ ਆਵਾਜ਼ ਆਏ ਸੱਚੀ ਇਮਾਨਦਾਰੀ ਨਾਲ ਕਿ ਹਾਂ ਮੈਂ ਇਹਨਾਂ ਗੱਲਾਂ ਨੂੰ ਫੋਲੋ ਕਰ ਰਿਹਾ, ਤਾਂ ਮੈਂ ਆਪਣੇ ਆਪ ਨੂੰ ਮੂੰਹ ਵਿਖਾਣ ਜੋਗਾ ਹਾਂ। ਤੇ ਜੇ ਮੇਰੇ ਆਪਣੇ ਅੰਦਰੋਂ ਹੀ ਆਵਾਜ਼ ਆ ਜਾਏ ਕਿ ਯਾਰ ਮੈਂ ਐਵੇਂ ਦਾ ਹੈ ਤਾਂ ਨਹੀਂ, ਮੈਂ ਅੰਦਰੋਂ ਹੋਰ ਤੇ ਬਾਹਰੋਂ ਹੋਰ ਹਾਂ, ਤਾਂ ਫਿਰ ਮੈਂ ਆਪਣੀ ਜ਼ਮੀਰ ਨੂੰ ਕੀ ਮੂੰਹ ਵਿਖਾਵਾਂਗਾ? ਤਾਂ ਲੇਖਾ ਤਾਂ ਹਰ ਵੇਲੇ ਮੰਗਿਆ ਜਾ ਰਿਹਾ ਹੈ, ਪਰ ਅਸੀਂ ਇਹ ਗੱਲ ਕਹਿ ਕੇ ਕਿ ਮਰਨ ਤੋਂ ਬਾਅਦ ਹੀ ਲੇਖਾ ਮੰਗਿਆ ਜਾਂਦਾ ਹੈ, ਆਪਣੀ ਜਾਨ ਛਡਾ ਲੈਂਦੇ ਹਾਂ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਪਿਆਰਿਆ, ਰੱਬ ਵਹੀ ਕੱਢ ਕੇ ਬੈਠਾ ਹੈ, ਭਾਵ ਕਿ ਹਰ ਥਾਂ ਦੇ ਉੱਤੇ ਤੇਰੇ ਕਰਮ ਜਿਹੜੇ ਨੇ ਵਾਚੇ ਜਾ ਰਹੇ ਨੇ ਰੱਬੀ ਸਿਸਟਮ ਦੇ ਅੰਦਰ। ਰੱਬ ਦੀ ਵਹੀ ਦਾ ਮਤਲਬ ਰੱਬ ਦਾ ਸਿਸਟਮ, ਰੱਬ ਦਾ ਹੁਕਮ। ਰੱਬ ਦਾ ਹੁਕਮ ਹਰ ਥਾਂ ਦੇ ਉੱਤੇ ਵਹੀ ਕੱਢ ਕੇ ਬੈਠਾ ਹੈ ਰੱਬ, ਯਾਨੀ ਹੁਕਮ ਦੇ ਅੰਦਰ ਹੈ, ਲੇਖਾ ਜੋਖਾ ਤੇਰਾ ਹੋ ਰਿਹਾ ਹੈ। ਤਲਬਾਂ ਪੌਸਨ ਆਕੀਆਂ ਬਾਕੀ ਜਿੰਨਾ ਰਹੀ। ਆਕੀਆਂ ਦਾ ਮਤਲਬ ਜਿਹੜੇ ਬਾਗੀ ਨੇ, ਜੋ ਰੱਬੀ ਹੁਕਮ ਨੂੰ ਮੰਨਣ ਤੋਂ ਬਾਗੀ ਨੇ। ਤਲਬਾਂ ਦਾ ਮਤਲਬ ਸੱਦੇ, ਬਾਕੀ ਦਾ ਮਤਲਬ ਲੇਖੇ ਵਿੱਚੋਂ ਬਕਾਇਆ, ਜਿਨ੍ਹਾਂ ਦੇ ਸਿਰ ਦੇ ਉੱਤੇ ਪਾਪ ਅਪਰਾਧ ਨੇ। ਜਿਨ੍ਹਾਂ ਵੱਲ ਲੇਖੇ ਦੀ ਬਾਕੀ ਰਹਿ ਜਾਂਦੀ ਹੈ, ਉਹਨਾਂ ਮਨਮੁਖਾਂ ਨੂੰ ਸੱਦੇ ਪੈਣਗੇ। ਇੱਥੇ ਸੱਦੇ ਪੈਣ ਦਾ ਮਤਲਬ ਸਜ਼ਾ ਮਿਲੇਗੀ, ਦੁੱਖ ਮਿਲੇਗਾ। ਜਿਨ੍ਹਾਂ ਦਾ ਲੇਖਾ ਬਾਕੀ ਹੈ, ਭਾਵ ਜਿਹੜੇ ਕਿ ਆਪਣਾ ਸੁਰਖਰੂ ਨਹੀਂ ਹੈ, ਜਿਹੜੇ ਮੂੰਹ ਵਿਖਾਣ ਜੋਗੇ ਨਹੀਂ, ਸਮਾਜ ਨੂੰ ਮੂੰਹ ਵਿਖਾਣ ਜੋਗਾ ਬੰਦਾ ਨਹੀਂ, ਰੱਬ ਨੂੰ ਮੂੰਹ ਵਿਖਾਣ ਜੋਗਾ ਨਹੀਂ, ਗੁਰੂ ਨੂੰ ਮੂੰਹ ਵਿਖਾਣ ਜੋਗਾ ਨਹੀਂ, ਰਿਸ਼ਤੇਦਾਰਾਂ ਨੂੰ ਮੂੰਹ ਵਿਖਾਣ ਜੋਗਾ ਨਹੀਂ, ਆਪਣੇ ਆਪ ਨੂੰ ਮੂੰਹ ਵਿਖਾਣ ਜੋਗਾ ਨਹੀਂ, ਤਾਂ ਐਸੇ ਬੰਦਿਆਂ ਨੂੰ ਤੇ ਸੱਦੇ ਪੈਣਗੇ। ਸੱਦੇ ਪੈਣਗੇ ਦਾ ਮਤਲਬ ਸਜ਼ਾ ਵਾਸਤੇ ਸੱਦਿਆ ਜਾਏਗਾ, ਬੁਲਾਇਆ ਜਾਏਗਾ। ਮੀਨਸ ਮਤਲਬ ਭਾਵ ਅਰਥ ਕਿ ਉਹਨਾਂ ਨੂੰ ਦੁੱਖ ਹੋਏਗਾ, ਉਹਨਾਂ ਨੂੰ ਦੁੱਖ ਸਹਾਰਨਾ ਪਵੇਗਾ। ਔਰ ਸਾਡੇ ਦੁੱਖਾਂ ਦਾ ਵਾਸਤਵ ਦੇ ਅੰਦਰ ਇੱਕ ਕਾਰਨ ਹੈ। ਨਹੀਂ ਤਾਂ ਇਸ ਦੁਨੀਆ ਦੇ ਅੰਦਰ ਹਰ ਚੀਜ਼ ਸੁੱਖ ਲਈ ਮੌਜੂਦ ਹੈ, ਚਾਹੇ ਧਰਤੀ ਹੈ, ਚੰਦਰਮਾ ਹੈ, ਸੂਰਜ ਹੈ, ਤਾਰੇ ਨੇ, ਨਦੀਆਂ ਨੇ, ਨਾਲੇ ਨੇ, ਦਰਿਆ ਨੇ, ਪਹਾੜ ਨੇ, ਵਨਸਪਤੀ ਹੈ,
ਪਸ਼ੂ ਹੈ, ਪੰਛੀ ਨੇ, ਸੋਨਾ ਹੈ, ਚਾਂਦੀ ਹੈ, ਹੀਰੇ ਜਵਾਹਰਾਤ ਨੇ, ਇਹ ਕਾਦੇ ਵਾਸਤੇ ਨੇ? ਦੁੱਖ ਵਾਸਤੇ ਥੋੜਾ ਨੇ, ਇਹ ਤਾਂ ਜ਼ਿੰਦਗੀ ਜੀਣ ਵਾਸਤੇ ਨੇ। ਖੁਸ਼ੀ ਵਾਸਤੇ ਜਿੰਨੀਆਂ ਚੀਜ਼ਾਂ ਚਾਹੀਦੀਆਂ ਨੇ ਸਾਰੀਆਂ ਮੌਜੂਦ ਨੇ। ਸਾਨੂੰ ਖੁਸ਼ ਰਹਿਣ ਲਈ ਧੀ ਚਾਹੀਦੀ ਹੈ, ਪੁੱਤਰ ਚਾਹੀਦਾ ਹੈ, ਜ਼ਮੀਨ ਜਾਇਦਾਦ ਤਾਂ ਸਾਰਾ ਕੁਝ ਹੈ, ਤੇ ਬੰਦਾ ਫਿਰ ਵੀ ਸੁਖੀ ਨਹੀਂ, ਦੁਖੀ ਹੈ ਨਾ। ਤਾਂ ਉਹਦਾ ਰੀਜ਼ਨ ਇਹ ਹੈ ਕਿ ਇਹ ਰਜਾ ਪਾਣੇ ਵਿੱਚ ਨਹੀਂ ਹੈ, ਸਿਸਟਮ ਨੂੰ ਨਹੀਂ ਸਮਝ ਪਾ ਰਿਹਾ, ਇਹਨੂੰ ਠੀਕ ਯੂਜ਼ ਨਹੀਂ ਕਰ ਪਾ ਰਿਹਾ, ਤਾਂ ਉਹਨੂੰ ਸੱਦੇ ਪੈਣਗੇ ਦਾ ਮਤਲਬ ਉਸ ਇਨਸਾਨ ਨੂੰ ਦੁੱਖ ਹੋਣਗੇ। ਐਸੇ ਇਨਸਾਨ ਹਮੇਸ਼ਾ ਦੁੱਖ ਪਾਣਗੇ। ਅਜ਼ਰਾਈਲ ਫਰਿਸ਼ਤਾ ਹੁਸੀ ਆਏ ਤਈ। ਅਜ਼ਰਾਈਲ ਫਰਿਸ਼ਤਾ ਜੋ ਮੁਸਲਮਾਨ ਵੀਰ ਨੇ ਇਸਲਾਮੀ ਪੁਸਤਕਾਂ ਅਨੁਸਾਰ ਮੌਤ ਦਾ ਦੇਵਤਾ ਅਜ਼ਰਾਈਲ। ਤਈ ਦਾ ਮਤਲਬ ਤਿਆਰ, ਮੁਕਰਰ, ਦੁਆਲੇ ਆ ਹੋਣਾ, ਦੁੱਖ ਦੇਣ ਲਈ। ਅਜ਼ਰਾਈਲ ਫਰਿਸ਼ਤਾ, ਮੌਤ ਦਾ ਫਰਿਸ਼ਤਾ। ਤਈ ਦਾ ਮਤਲਬ ਤਿਆਰ, ਤਾਇਨਾਤ, ਮੁਕਰਰ, ਜਿਵੇਂ ਕਿਸੇ ਤੇ ਮੁਕਰਰ ਨਹੀਂ ਕਰੀਦਾ, ਕਿਸੇ ਦੀ ਡਿਊਟੀ ਲਗਾਈ ਦੀ ਹੈ। ਤਾਂ ਗੁਰੂ ਜੀ ਕਹਿੰਦੇ ਨੇ ਮੌਤ ਦਾ ਫਰਿਸ਼ਤਾ ਕੀਤੇ ਕਰਮਾਂ ਅਨੁਸਾਰ ਦੁੱਖ ਦੇਣ ਲਈ ਸਿਰ ਤੇ ਤਿਆਰ ਖੜਾ ਹੋ ਜਾਏਗਾ। ਇਸਲਾਮ ਵਾਲੇ ਵੀਰ ਮੰਨਦੇ ਨੇ ਮਰਨ ਤੋਂ ਬਾਅਦ, ਪਰ ਇੱਥੇ ਮੌਤ ਦਾ ਫਰਿਸ਼ਤਾ ਕਿਹੜਾ ਹੈ? ਆਤਮਿਕ ਮੌਤ। ਜੇ ਮਾੜੇ ਕਰਮ ਕਰੋਗੇ ਤੇ ਆਤਮਿਕ ਮੌਤ ਦਾ ਜੋ ਫਰਿਸ਼ਤਾ ਹੈ ਉਹ ਤੁਹਾਡੇ ਸਿਰ ਦੇ ਉੱਤੇ ਖੜਾ ਹੈ। ਬੰਦੇ ਦੀ ਆਤਮਿਕ ਮੌਤ ਹੋ ਜਾਏਗੀ, ਬੰਦੇ ਦੇ ਅੰਦਰੋਂ ਇਨਸਾਨੀਅਤ ਮਰ ਜਾਏਗੀ। ਔਰ ਜਦੋਂ ਇਨਸਾਨੀਅਤ ਮਰ ਜਾਏਗੀ, ਅੰਦਰੋਂ ਸ਼ੁਭ ਗੁਣ ਮਰ ਜਾਣਗੇ, ਤਾਂ ਫਿਰ ਕੀ ਹੈ? ਆਤਮਿਕ ਮੌਤ ਤੇ ਮਰਿਆ ਬੰਦਾ ਦੁਖੀ ਹੈ, ਆਪ ਵੀ ਦੁਖੀ ਹੈ, ਦੂਜਿਆਂ ਨੂੰ ਵੀ ਦੁਖੀ ਕਰਦਾ ਹੈ। ਇਸ ਦੁਨੀਆ ਵਿੱਚ ਜਿੰਨੇ ਵੀ ਦੁੱਖ ਨੇ ਉਹ ਵਿਕਾਰਾਂ ਕਰਕੇ। ਜੇ ਮੈਂ ਦੁਖੀ ਹਾਂ ਨਾ ਆਪਣੇ ਵਿਕਾਰਾਂ ਕਰਕੇ, ਤਾਂ ਵਿਕਾਰਾਂ ਕਰਕੇ ਦੁਖੀ ਹਾਂ, ਪਾਪਾਂ ਕਰਕੇ, ਅਪਰਾਧਾਂ ਕਰਕੇ, ਚੋਰੀਆਂ ਕਰਕੇ, ਬੇਈਮਾਨੀਆਂ, ਠੱਗੀਆਂ ਕਰਕੇ ਮੈਂ ਦੁਖੀ ਹਾਂ। ਜੇ ਮੈਂ ਖੁਦ ਕਰ ਰਿਹਾ ਤਾਂ ਦੁਖੀ ਹਾਂ। ਤੇ ਸਪੋਜ਼ ਕਿ ਮੈਂ ਇਮਾਨਦਾਰ ਹਾਂ, ਮੇਰੇ ਵਿੱਚ ਕੋਈ ਦੋਸ਼ ਨਹੀਂ ਹੈ, ਲੇਕਿਨ ਫਿਰ ਵੀ ਮੈਨੂੰ ਘਰ ਨੂੰ ਜੰਦਰੇ ਮਾਰਨੇ ਪੈ ਰਹੇ ਨੇ, ਫਿਰ ਵੀ ਮੇਰੇ ਉੱਤੇ ਡਰ ਹੈ, ਕਿਤੇ ਮੈਨੂੰ ਦੁੱਧ ਦੇ ਵਿੱਚ ਮਿਲਾਵਟ ਮਿਲ ਰਹੀ ਹੈ, ਕਿਤੇ ਡੁਪਲੀਕੇਟ ਦਵਾਈਆਂ, ਤੇ ਫਿਰ ਮੈਂ ਦੁਖੀ ਹਾਂ। ਤੇ ਕਿਉਂ ਦੁਖੀ ਹਾਂ? ਕਿਉਂਕਿ ਹੋਰ ਕੋਈ ਵਿਕਾਰ ਕਰ ਰਿਹਾ ਹੈ। ਤਾਂ ਇਸ ਦੁਨੀਆ ਦੇ ਅੰਦਰ ਜੋ ਦੁੱਖ ਹੈ ਉਹ ਵਿਕਾਰਾਂ ਕਰਕੇ ਨੇ, ਚਾਹੇ ਮੈਂ ਕਰ ਰਿਹਾ ਜਾਂ ਕੋਈ ਦੂਜਾ ਕਰ ਰਿਹਾ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕੌਣ ਵਿਕਾਰ ਕਰ ਰਿਹਾ ਹੈ। ਦੁੱਖ ਵਿਕਾਰਾਂ ਕਰਕੇ ਹੈ। ਘਰ ਦੇ ਅੰਦਰ ਕਲੇਸ਼ ਹੈ ਨਾ, ਤੇ ਉਹ ਕਿਸੇ ਵਿਕਾਰ ਕਰਕੇ ਹੈ। ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਵਿਕਾਰ ਪਤਨੀ ਕਰ ਰਹੀ ਹੈ ਕਿ ਪਤੀ ਕਰ ਰਿਹਾ ਹੈ। ਪਰਿਵਾਰ ਦੇ ਅੰਦਰ ਜੇ ਅਸ਼ਾਂਤੀ ਹੈ ਤਾਂ ਕੋਈ ਨਾ ਕੋਈ ਜੀ ਗਲਤ ਕਰ ਰਿਹਾ ਹੈ, ਚਾਹੇ ਪਤੀ, ਪਤਨੀ, ਬੱਚੇ, ਮਾਂ-ਬਾਪ, ਕੋਈ ਵੀ ਗਲਤ ਕਰ ਰਿਹਾ ਹੈ, ਉਸ ਗਲਤੀ ਕਰਕੇ ਦੁੱਖ ਹੈ। ਤਾਂ ਗੁਰੂ ਜੀ ਕਹਿੰਦੇ ਨੇ ਇਸ ਤਰ੍ਹਾਂ ਆਤਮਿਕ ਮੌਤ ਦਾ ਫਰਿਸ਼ਤਾ ਉਹਨੂੰ ਆ ਦਬਾਏਗਾ, ਉਹ ਆਤਮਿਕ ਮੌਤ ਤੇ ਮਰ ਜਾਏਗਾ। ਤੇ ਜਦੋਂ ਬੰਦਾ ਐਸੀ ਥਾਂ ਤੇ ਫਸ ਜਾਏ, ਆਵਣ ਜਾਣ ਨਾ ਸੁਝਈ, ਭੀੜੀ ਗਲੀ ਫਹੀ। ਫਹੀ ਦਾ ਮਤਲਬ ਫਸੀ ਹੋਈ। ਜਦੋਂ ਜਿੰਦ ਇਹੋ ਜਿਹੀ ਥਾਂ ਤੇ ਫਸ ਜਾਏ, ਆਵਣ ਜਾਣ ਨਾ ਸੁਝਈ। ਆਵਣ ਜਾਣ ਦਾ ਮਤਲਬ ਆਉਣਾ ਜਾਣਾ, ਕਿੱਧਰ ਜਾਵਾਂ, ਕੀ ਕਰਾਂ, ਉਹਦੇ ਵਿੱਚੋਂ ਨਿਕਲਣਾ। ਆਵਣ ਜਾਣ ਦਾ ਇੱਥੇ ਮੀਨਿੰਗ ਹੈ ਕਿ ਉਹਦੇ ਵਿੱਚੋਂ ਨਿਕਲਣ ਦਾ ਸਾਧਨ। ਸੁਝਈ ਦਾ ਮਤਲਬ ਸੁਝਦਾ ਨਹੀਂ, ਔੜਦਾ ਨਹੀਂ। ਭੀੜੀ ਗਲੀ ਦਾ ਮਤਲਬ ਇਹੋ ਜਿਹੀ ਮੁਸੀਬਤ ਦੇ ਵਿੱਚ। ਫਹੀ ਦਾ ਮਤਲਬ ਫਸੀ ਹੋਈ ਜਿੰਦ। ਉਸ ਔਂਕੜ ਵਿੱਚ ਫਸੀ ਹੋਈ ਜਿੰਦ ਨੂੰ ਫਿਰ ਉਸ ਵੇਲੇ ਕੁਝ ਔੜਦਾ ਨਹੀਂ ਕਿ ਹੁਣ ਕਰਾਂ ਕੀ, ਕਿਵੇਂ ਨਿਕਲਾਂ। ਕਿੰਨੇ ਲੋਕ ਨੇ ਜਿਨ੍ਹਾਂ ਨੇ ਆਪਣੇ ਆਪੇ ਨੂੰ ਵਿਕਾਰਾਂ ਦੇ ਵਿੱਚ ਫਸਾ ਲਿਆ, ਤੇ ਹੁਣ ਕੋਈ ਮਾਰਗ ਸੁੱਝ ਨਹੀਂ ਰਿਹਾ ਵੀ ਹੁਣ ਕਰਾਂ ਕੀ। ਕੁਛ ਵੀ ਨਹੀਂ ਹੋ ਸਕਦਾ। ਹੁਣ ਜਦੋਂ ਆਤਮਿਕ ਮੌਤ ਹੋ ਗਈ, ਜਦੋਂ ਵਿਕਾਰ ਕਮਾ ਕਮਾ ਕੇ ਬੰਦੇ ਨੇ ਆਪਣਾ ਆਪਾ ਬਰਬਾਦ ਕਰ ਹੀ ਲਿਆ, ਤਾਂ ਫਿਰ ਐਸੇ ਦੁੱਖਾਂ ਦੇ ਵਿੱਚ ਬੰਦਾ ਫਸਦਾ ਹੈ ਕਿ ਉਹਨੂੰ ਨਿਕਲਣ ਲਈ ਕੋਈ ਥਾਂ ਲੱਭਦਾ ਨਹੀਂ, ਰਾਹ ਲੱਭਦਾ ਨਹੀਂ। ਬੰਦਾ ਨਿਕਲਣਾ ਚਾਹੁੰਦਾ ਹੈ ਪਰ ਕੁਝ ਸੁੱਝਦਾ ਨਹੀਂ ਹੈ। ਔਰ ਇੱਕ ਹਕੀਕਤ ਹੈ, ਦੁਨੀਆ ਵਿੱਚ ਲੋਕ ਦੁਖੀ ਕਿਉਂ ਨੇ? ਸੁਖੀ ਹਰ ਬੰਦਾ ਹੋਣਾ ਚਾਹੁੰਦਾ ਹੈ, ਪਰ ਦੁਖੀ ਇਸ ਕਰਕੇ ਨੇ ਕਿ ਉਹਨਾਂ ਦੁੱਖਾਂ ਚੋਂ ਬਾਹਰ ਨਿਕਲਣ ਦਾ ਸਾਧਨ ਨਹੀਂ ਲੱਭ ਰਿਹਾ, ਸੋਰਸਿਸ ਨਹੀਂ ਲੱਭ ਰਿਹਾ, ਰਾਹ ਨਹੀਂ ਲੱਭ ਰਿਹਾ ਕਿ ਉਹ ਕਿਹੜਾ ਰਾਹ ਅਪਣਾਈਏ ਕਿ ਸਾਡੇ ਪਰਿਵਾਰ ਦੇ ਅੰਦਰ ਸ਼ਾਂਤੀ ਆ ਜਾਏ। ਚਾਹੁੰਦੇ ਸਾਰੇ, ਪਰ ਗਿਆਨ ਨਹੀਂ, ਕਾਮਨ ਸੈਂਸ ਨਹੀਂ, ਉਸ ਸਹੀ ਰਾਸਤੇ ਦਾ ਨਹੀਂ ਪਤਾ, ਸਹੀ ਜੀਵਨ ਜੁਗਤ ਦਾ ਨਹੀਂ ਪਤਾ ਲੱਗਦਾ ਬੰਦੇ ਨੂੰ ਕਿ ਮੈਂ ਇਹਦੇ ਵਿੱਚੋਂ ਨਿਕਲਾਂ। ਤਾਂ ਗੁਰੂ ਜੀ ਕਹਿੰਦੇ ਹਨ, ਕੂੜ ਨਿਖੁੱਟੇ ਨਾਨਕਾ, ਓੜਕ ਸੱਚ ਰਹੀ। ਓੜਕ ਦਾ ਮਤਲਬ ਆਖਿਰ ਨੂੰ।
ਕੂੜ ਦਾ ਮਤਲਬ ਕੂੜ ਕਮਾਉਣ ਵਾਲਾ, ਕੂੜ ਕਮਾਉਣ ਵਾਲੇ, ਬਹੁਵਚਨੀ ਸ਼ਬਦ ਹੈ। ਨਿਖੁੱਟੇ ਦਾ ਮਤਲਬ ਹਾਰ ਜਾਂਦੇ ਨੇ। ਸੱਚ ਰਹੀ, ਸੱਚ ਰਹੀ ਦਾ ਮਤਲਬ ਸੱਚ ਦੀ ਰਾਹੀਂ, ਸੱਚਾ ਸੌਦਾ ਕੀਤਿਆਂ, ਸੱਚੀ ਜ਼ਿੰਦਗੀ ਜੀਵਿਆਂ। ਗੁਰੂ ਜੀ ਕਹਿੰਦੇ ਨੇ ਕੂੜ ਦੇ ਵਪਾਰੀ ਹਾਰ ਕੇ ਜਾਂਦੇ ਨੇ ਤੇ ਸੱਚ ਦਾ ਸੌਦਾ ਕੀਤਿਆਂ ਅੰਤ ਨੂੰ ਜਿੰਦ ਜਿਹੜੀ ਹੈ ਜਿੱਤ ਜਾਂਦੀ ਹੈ। ਸੱਚ ਦਾ ਸੌਦਾ ਕੀਤਿਆਂ ਹੀ ਅੰਤ ਨੂੰ ਰਹਿ ਆਉਂਦੀ ਹੈ, ਇੱਜ਼ਤ ਬਣਦੀ ਹੈ, ਸੱਚ ਜਿੱਤ ਜਾਂਦਾ ਹੈ, ਕੂੜ ਹਾਰ ਜਾਂਦਾ ਹੈ। ਯਾਨੀ ਜੋ ਕੂੜ ਕਮਾਉਣ ਵਾਲੇ ਨੇ ਉਹ ਜੀਵਨ ਬਾਜੀ ਹਾਰ ਜਾਂਦੇ ਨੇ, ਔਰ ਸੱਚ ਦੇ ਰਾਹਾਂ ਤੇ ਤੁਰਨ ਵਾਲੇ ਜੀਵਨ ਬਾਜੀ ਜਿੱਤ ਕੇ ਜਾਂਦੇ ਨੇ। ਉਹਨਾਂ ਨੂੰ ਰਹਿੰਦੀ ਦੁਨੀਆ ਤੱਕ ਮਾਣ, ਆਦਰ ਔਰ ਸਤਿਕਾਰ ਮਿਲਦਾ ਹੈ। ਇੱਕ ਪਾਸੇ ਸਾਹਿਬਜ਼ਾਦੇ ਨੇ, ਦੂਜੇ ਪਾਸੇ ਸੂਬਾ ਸਰਹੰਦ ਹੈ। ਇੱਕ ਜੀਵਨ ਬਾਜੀ ਨੂੰ ਜਿੱਤ ਕੇ ਗਏ ਨੇ, ਇੱਕ ਜੀਵਨ ਬਾਜੀ ਨੂੰ ਹਾਰ ਕੇ ਗਿਆ ਹੈ। ਐਸੀਆਂ ਅਨੰਤ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਨੇ, ਅਨੰਤ ਮਿਸਾਲਾਂ ਅੱਜ ਵੀ ਅਸੀਂ ਵੇਖ ਸਕਦੇ ਹਾਂ। ਕੁਝ ਉਹ ਲੋਕ ਨੇ ਜੋ ਜੀਵਨ ਬਾਜੀ ਨੂੰ ਜਿੱਤ ਜਾਂਦੇ ਨੇ, ਇਨਸਾਨੀਅਤ ਵਾਲੀ ਜ਼ਿੰਦਗੀ ਜੀਂਦੇ ਨੇ, ਔਰ ਕੁਝ ਉਹ ਲੋਕ ਨੇ ਜੋ ਇਨਸਾਨੀਅਤ ਨੂੰ ਹਾਰ ਜਾਂਦੇ ਨੇ। ਤਾਂ ਗੁਰੂ ਜੀ ਸਾਨੂੰ ਇੱਥੇ ਉਪਦੇਸ਼ ਦੇ ਰਹੇ ਨੇ ਕਿ ਪਿਆਰਿਓ, ਸੱਚ ਦੀ ਜ਼ਿੰਦਗੀ ਜੀਵੋ, ਜੀਵਨ ਬਾਜੀ ਨੂੰ ਜਿੱਤੋ, ਸੱਚ ਦੇ ਨਾਲ ਜੁੜੋ। ਪੌੜੀ, ਹਰ ਕਾ ਸਭ ਸ਼ਰੀਰ ਹੈ, ਹਰ ਰਵ ਰਹਿਆ ਸਭ ਆਪੇ। ਹਰ ਕਾ ਸਭ ਸ਼ਰੀਰ ਹੈ, ਸਭ ਦਾ ਮਤਲਬ ਆ ਸਾਰਾ ਜਗਤ, ਆ ਦਿਸਦਾ ਸੰਸਾਰ ਜਿਹੜਾ ਹੈ ਨਾ, ਇਹ ਰੱਬ ਦਾ ਸ਼ਰੀਰ ਹੈ, ਇਹ ਰੱਬ ਦਾ ਸ਼ਰੀਰ ਹੈ। ਜੇ ਸ਼ਰੀਰ ਕਰਕੇ ਰੱਬ ਦੇ ਦਰਸ਼ਨ ਕਰਨੇ ਨੇ ਨਾ, ਤਾਂ ਸਾਰਾ ਦਿਸਦਾ ਬ੍ਰਹਿਮੰਡ ਜੋ ਯੂਨੀਵਰਸ ਹੈ, ਇਹ ਸਾਰਾ ਰੱਬ ਦਾ ਸ਼ਰੀਰ ਹੈ। ਜੇ ਸਾਰੇ ਦੇ ਦਰਸ਼ਨ ਕਰੋਗੇ ਤਾਂ ਸਾਰਾ ਰੱਬ ਹੈ। ਜੇ ਕੱਲੀ ਕੱਲੀ ਚੀਜ਼ ਵੇਖੋਗੇ ਤੇ ਫਿਰ ਰੱਬ ਦੇ ਅੰਗ ਨੇ। ਜਿਵੇਂ ਮਿਸਾਲ ਵਜੋਂ ਮੈਂ ਆਪ ਦੇ ਸਾਹਮਣੇ ਬੈਠਾ ਹਾਂ, ਮੇਰਾ ਨਾਮ ਮੋਹਰ ਸਿੰਘ ਹੈ। ਜੇ ਮੇਰੇ ਸਾਰੇ ਸਰੀਰ ਨੂੰ ਵੇਖੋਗੇ ਤੇ ਇਹ ਮੋਹਰ ਸਿੰਘ ਹੈ, ਪਰ ਜੇ ਇਹ ਦੇਖੋਗੇ ਤਾਂ ਇਹ ਕੀ ਹੈ? ਉਂਗਲੀ। ਇਹ ਕੀ ਹੈ? ਅੰਗੂਠਾ। ਇਹ ਕੀ ਹੈ? ਪੰਜਾ। ਇਹ ਕੀ ਹੈ? ਬਾਂਹ। ਇਹ ਕੀ ਹੈ? ਕੂਹਣੀ। ਇਹ ਸਿਰ, ਇਹ ਅੱਖਾਂ। ਜੇ ਇੱਕ ਇੱਕ ਚੀਜ਼ ਨੂੰ ਦੇਖੋਗੇ ਤੇ ਅੰਗ ਦਿਸਣਗੇ। ਜੇ ਸਾਰੇ ਨੂੰ ਮਿਲਾ ਕੇ ਦੇਖੋਗੇ ਮੋਹਰ ਸਿੰਘ ਦਿਸੇਗਾ। ਜੇ ਅੰਗ ਵੇਖੋਗੇ ਮੋਹਰ ਸਿੰਘ ਨਹੀਂ ਦਿਸੇਗਾ, ਅੰਗ ਦਿਸਣਗੇ। ਸਾਰੇ ਨੂੰ ਮਿਲਾ ਕੇ ਦੇਖੋਗੇ ਮੋਹਰ ਸਿੰਘ ਦਿਸੇਗਾ। ਇਸੇ ਤਰ੍ਹਾਂ ਜੇ ਆ ਸਾਰੇ ਬ੍ਰਹਿਮੰਡ ਨੂੰ ਮਿਲਾ ਕੇ ਵੇਖੋਗੇ ਰੱਬ ਦਿਸੇਗਾ, ਤੇ ਜੇ ਕੱਲੇ ਕੱਲੇ ਨੂੰ ਵੇਖੋਗੇ ਫਿਰ ਅੰਗ ਦਿਸਣਗੇ। ਧਰਤੀ ਵੱਖਰੀ ਦਿਸੇਗੀ, ਚੰਦਰਮਾ ਵੱਖਰਾ ਦਿਸੇਗਾ, ਸੂਰਜ ਵੱਖਰਾ ਦਿਸੇਗਾ, ਬੰਦੇ ਜਨਾਨੀਆਂ ਵੱਖਰੇ ਦਿਸਣਗੇ, ਫਿਰ ਰੱਬ ਨਹੀਂ ਦਿਸੇਗਾ, ਅੰਗ ਦਿਸਣਗੇ। ਜੇ ਸਾਰੇ ਨੂੰ ਮਿਲਾ ਕੇ ਵੇਖੋਗੇ ਸਮੁੰਦਰ ਦਿਸੇਗਾ, ਤੇ ਜੇ ਕੱਲੇ ਕੱਲੇ ਨੂੰ ਵੇਖੋਗੇ ਕੱਲੀ ਕੱਲੀ ਲਹਿਰ ਦਿਸੇਗੀ, ਬੁਲਬੁਲਾ ਦਿਸੇਗਾ, ਝੱਗ ਦਿਸੇਗੀ। ਤੁਹਾਡਾ ਆਪਣਾ ਘਰ ਹੈ ਤਾਂ ਸਾਰੇ ਮਕਾਨ ਨੂੰ ਇਕੱਠਿਆਂ ਵੇਖੋਗੇ ਤੇ ਘਰ ਦਿਸੇਗਾ ਕਿ ਇਹ ਮਕਾਨ ਹੈ, ਘਰ ਹੈ। ਪਰ ਜੇ ਕੱਲਾ ਕੱਲਾ ਵੇਖੋਗੇ ਤੇ ਇਹ ਬਾਥਰੂਮ ਹੈ, ਤਾਂ ਬਾਥਰੂਮ ਘਰ ਤੇ ਨਾ ਹੁੰਦਾ, ਬਾਥਰੂਮ ਤਾਂ ਬਾਥਰੂਮ ਹੈ। ਇਹ ਰਸੋਈ ਹੈ ਤਾਂ ਕੱਲੀ ਰਸੋਈ ਦਿਸੇਗੀ, ਘਰ ਨਹੀਂ ਦਿਸੇਗਾ। ਇਹ ਬੈਡਰੂਮ ਹੈ ਤਾਂ ਬੈਡਰੂਮ ਬੈਡਰੂਮ ਹੈ, ਘਰ ਨਹੀਂ ਹੈ। ਹੁਣ ਜੇ ਬੈਡਰੂਮ, ਇਹ ਬੈਡਰੂਮ ਹੈ, ਇਹ ਰਸੋਈ ਹੈ, ਇਹ ਡਾਈਨਿੰਗ ਰੂਮ ਹੈ, ਇਹ ਬਾਥਰੂਮ ਹੈ, ਇਹ ਸਾਡਾ ਲਾਨ ਹੈ, ਤੇ ਤੁਹਾਡਾ ਘਰ ਕਿੱਥੇ ਗਿਆ? ਘਰ ਨਹੀਂ ਰਿਹਾ ਨਾ, ਕਿਉਂਕਿ ਕੱਲੀ ਕੱਲੀ ਚੀਜ਼ ਵੇਖ ਰਹੇ ਹਾਂ। ਹੁਣ ਸਾਰੇ ਨੂੰ ਵੇਖੋਗੇ ਤੇ ਘਰ ਹੈ। ਇਸੇ ਤਰ੍ਹਾਂ ਸਾਰਾ ਜੋ ਬ੍ਰਹਿਮੰਡ ਹੈ ਇਹ ਰੱਬ ਦਾ ਸ਼ਰੀਰ ਹੈ। ਕੱਲੇ ਕੱਲੇ ਨੂੰ ਵੇਖੋਗੇ ਤੇ ਅੰਗ ਦਿਸਣਗੇ। ਬਸ ਇਹੀ ਪ੍ਰੋਬਲਮ ਹੈ ਕਿ ਬੰਦਾ ਕੱਲੇ ਕੱਲੇ ਨੂੰ ਵੇਖ ਰਿਹਾ ਹੈ, ਅੰਗ ਅੰਗ ਵੇਖ ਰਿਹਾ ਹੈ, ਰੱਬ ਨਹੀਂ ਦਿਸ ਰਿਹਾ। ਹਰ ਕਾ ਸਭ ਸ਼ਰੀਰ ਹੈ, ਇਹ ਸਾਰਾ ਜਗਤ ਆਕਾਰ ਮਾਨੋ ਰੱਬ ਦਾ ਸ਼ਰੀਰ ਹੈ। ਹਰ ਰਵ ਰਹਿਆ ਸਭ ਆਪੇ, ਤੇ ਸਭ ਥਾਵਾਂ ਤੇ ਰੱਬ ਰਮਿਆ ਹੋਇਆ ਹੈ। ਬਾਥਰੂਮ ਘਰ ਵਿੱਚ ਤੇ ਘਰ ਬਾਥਰੂਮ ਵਿੱਚ ਅਟੈਚ ਨੇ। ਉਂਗਲੀ ਮੋਹਰ ਸਿੰਘ ਦੇ ਨਾਲ ਤੇ ਮੋਹਰ ਸਿੰਘ ਉਂਗਲੀ ਦੇ ਨਾਲ ਰਮਿਆ ਹੋਇਆ ਹੈ, ਤਾਣੇ ਪੇਟੇ ਦੀ ਤਰ੍ਹਾਂ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਾਰਾ ਜਗਤ ਰੱਬ ਦਾ ਰੂਪ ਹੈ, ਹਰ ਥਾਂ ਤੇ ਵਿਆਪਕ ਹੈ। ਹਰ ਕੀ ਕੀਮਤ ਨਾ ਪਵੇ, ਕਿਛ ਕਹਿਣ ਨਾ ਜਾਪੈ। ਕਹਿਣ ਨਾ ਜਾਪੈ ਦਾ ਮਤਲਬ ਸੁਝਦਾ ਨਹੀਂ। ਜਾਪੈ ਦਾ ਮਤਲਬ ਹੁੰਦਾ ਹੈ ਜਾਣਨਾ, ਜਪ ਦਾ ਮਤਲਬ ਹੁੰਦਾ ਹੈ ਜਾਣਨਾ। ਇੱਥੇ ਜਾਪੈ ਦਾ ਮਤਲਬ ਜਾਪਦਾ ਨਹੀਂ, ਸੁਝਦਾ ਨਹੀਂ, ਔੜਦਾ ਨਹੀਂ।
ਪ੍ਰਭੂ ਦੀ ਕੀਮਤ ਨਹੀਂ ਪਾਈ ਜਾ ਸਕਦੀ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਹਰ ਕੀ ਕੀਮਤ ਨਾ ਪਵੇ ਦਾ ਮਤਲਬ ਪ੍ਰਭੂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਕਿਛ ਕਹਿਣ ਨਾ ਜਾਪੈ, ਉਹਦੀ ਵਡਿਆਈ ਕਹਿਣ ਵਾਸਤੇ ਅੰਤ ਪਾਣ ਲਈ ਕੀ ਕਹੀਏ, ਕੁਝ ਸੁਝਦਾ ਨਹੀਂ, ਕੁਛ ਜਾਪਦਾ ਨਹੀਂ, ਕੁਛ ਸੁਝਦਾ ਨਹੀਂ। ਕੀ ਕਹਾਂ ਜਿਹਦੇ ਨਾਲ ਰੱਬ ਦਾ ਅੰਤ ਪਾ ਲਵਾਂ? ਕੁਛ ਸੁਝਦਾ ਹੈ? ਕੁਛ ਨਹੀਂ ਸੁਝਦਾ, ਕੁਛ ਨਹੀਂ ਔੜਦਾ। ਮੀਨਸ ਕਿ ਰੱਬ ਦੀ ਵਡਿਆਈ ਇਹ ਅੰਤ ਨਹੀਂ ਪਾਇਆ ਜਾ ਸਕਦਾ। ਕੀਤਾ ਕੀ ਜਾ ਸਕਦਾ ਹੈ? ਗੁਰ ਪ੍ਰਸਾਦੀ ਸਾਲਾਹੀ ਹੈ, ਹਰ ਭਗਤੀ ਰਾਪੈ। ਰਾਪੈ ਦਾ ਮਤਲਬ ਰੰਗਿਆ ਜਾਂਦਾ ਹੈ, ਪ੍ਰਸਾਦੀ ਦਾ ਮਤਲਬ ਕਿਰਪਾ ਨਾਲ। ਗੁਰ ਪ੍ਰਸਾਦੀ ਸਾਲਾਹੀ ਹੈ, ਸਾਲਾਹੀ ਦਾ ਮਤਲਬ ਸਿਫਤ ਸਲਾਹ ਕਰਨੀ ਚਾਹੀਦੀ ਹੈ, ਮਤਲਬ ਗੁਣਾਂ ਨੂੰ ਇੰਪਲੀਮੈਂਟ ਕਰਨਾ ਚਾਹੀਦਾ ਹੈ। ਸਤਿਗੁਰ ਦੀ ਕਿਰਪਾ ਨਾਲ ਪ੍ਰਭੂ ਦੀ ਸਿਫਤ ਸਲਾਹ ਕੀਤੀ ਜਾ ਸਕਦੀ ਹੈ, ਤੇ ਜਿਹੜਾ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ ਉਹ ਪ੍ਰਭੂ ਦੀ ਭਗਤੀ ਵਿੱਚ ਰੰਗਿਆ ਜਾਂਦਾ ਹੈ, ਪ੍ਰਭੂ ਦੇ ਪਿਆਰ ਵਿੱਚ ਰੰਗਿਆ ਜਾਂਦਾ ਹੈ। ਗੁਰੂ ਦੇ ਗਿਆਨ ਰਾਹੀਂ ਰੱਬ ਦੀ ਸਿਫਤ ਸਲਾਹ ਕੀਤੀ ਜਾ ਸਕਦੀ ਹੈ, ਉਹਦੇ ਗੁਣਾਂ ਦੇ ਧਾਰਨੀ ਹੋਇਆ ਜਾ ਸਕਦਾ ਹੈ, ਅੰਤ ਨਹੀਂ ਪਾਇਆ ਜਾ ਸਕਦਾ। ਤੇ ਜਿਹੜਾ ਗੁਰੂ ਦੀ ਗਿਆਨ ਰਾਹੀਂ, ਗੁਰੂ ਦੀ ਦੱਸੇ ਜੀਵਨ ਜੁਗਤ ਰਾਹੀਂ ਪ੍ਰਭੂ ਦੇ ਗੁਣਾਂ ਨੂੰ ਇੰਪਲੀਮੈਂਟ ਕਰਦਾ ਹੈ, ਉਹ ਰੱਬ ਦੀ ਭਗਤੀ ਵਿੱਚ, ਰੱਬ ਦੇ ਗੁਣਾਂ ਵਿੱਚ ਰੰਗਿਆ ਜਾਂਦਾ ਹੈ। ਸਭ ਮਨ ਤਨ ਹਰਿਆ ਹੋਇਆ ਅਹੰਕਾਰ ਗਵਾਪੈ। ਉਹਦਾ ਮਨ ਤੇ ਤਨ ਖਿੜ ਆਉਂਦਾ ਹੈ, ਹਰਾ ਭਰਾ ਹੋ ਜਾਂਦਾ ਹੈ, ਔਰ ਉਸ ਬੰਦੇ ਦਾ ਅਹੰਕਾਰ ਗਵਾਚ ਜਾਂਦਾ ਹੈ। ਜੋ ਸ਼ੁਰੂ ਚ ਕਿਹਾ ਸੀ ਨਾ ਵੀ ਖੂਹ ਦੇ ਵਿੱਚ ਡਿੱਗ ਪਏ ਤੇ ਬਚਾਅ ਕਰਨਾ ਚਾਹੀਦਾ ਹੈ, ਤਾਂ ਉਹਦਾ ਸਾਰਾ ਅਹੰਕਾਰ ਗਵਾਚ ਜਾਂਦਾ ਹੈ, ਈਗੋ ਖਤਮ ਹੋ ਜਾਂਦੀ ਹੈ, ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਦਾ ਹੈ। ਸਭ ਕਿਛ ਹਰ ਕਾ ਖੇਲ ਹੈ, ਗੁਰਮੁਖ ਕਿਸੇ ਬੁਝਾਈ। ਕਿਸੇ ਦਾ ਮਤਲਬ ਕਿਸੇ ਨੂੰ, ਬੁਝਾਈ ਦਾ ਮਤਲਬ ਸਮਝ ਦਿੰਦਾ ਹੈ। ਇਹ ਸਾਰਾ ਜਗਤ ਪ੍ਰਭੂ ਦਾ ਇੱਕ ਤਮਾਸ਼ਾ ਹੈ, ਇੱਕ ਖੇਲ ਹੈ। ਗੁਰਮੁਖ ਕਿਸੇ ਬੁਝਾਈ ਦਾ ਮਤਲਬ ਗੁਰੂ ਦੇ ਰਾਹੀਂ ਕਿਸੇ ਨੂੰ ਇਹ ਸਮਝ ਆਉਂਦੀ ਹੈ, ਗੁਰੂ ਦੇ ਰਾਹੀਂ ਕਿਸੇ ਨੂੰ ਇਹ ਸਮਝ ਬਖਸ਼ਦਾ ਹੈ। ਯਾਨੀ ਇਹ ਸੰਸਾਰ ਰੱਬ ਦਾ ਖੇਲ ਹੈ। ਇਸ ਚੀਜ਼ ਦੀ ਸਮਝ ਗੁਰੂ ਦੇ ਰਾਹੀਂ ਆਏਗੀ ਜੇ ਅਸੀਂ ਗੁਰੂ ਤੋਂ ਗਿਆਨ ਦੀ ਦਾਤ ਲਵਾਂਗੇ। ਗੁਰੂ ਤੋਂ ਸਾਨੂੰ ਕਾਮਨ ਸੈਂਸ ਮਿਲੇਗੀ, ਵਿਵੇਕ ਬੁੱਧ ਮਿਲੇਗੀ, ਤੇ ਉਸ ਵਿਵੇਕ ਬੁੱਧ ਰਾਹੀਂ, ਉਸ ਕਾਮਨ ਸੈਂਸ ਰਾਹੀਂ ਸਾਨੂੰ ਸਮਝ ਆ ਜਾਏਗੀ ਕਿ ਇਹ ਰੱਬ ਦਾ ਖੇਲ ਹੈ। ਇਸ ਖੇਲ ਨੂੰ ਅਸੀਂ ਖੇਲ ਦੀ ਤਰ੍ਹਾਂ ਖੇਲਣਾ ਹੈ। ਸ਼ਲੋਕ ਮਹਿਲਾ ਪਹਿਲਾ। ਸਹੰਸਰ ਦਾਨ ਦੇ ਇੰਦਰ ਰਵਾਇਆ। ਹੁਣ ਇਸ ਸ਼ਬਦ ਦੇ ਸ਼ਲੋਕ ਦੇ ਅੰਦਰ ਬਹੁਤ ਸਾਰੀਆਂ ਮਿਥਿਹਾਸਕ ਵਾਰਤਾ ਨੂੰ ਲਿਆ ਗਿਆ ਹੈ। ਸਹੰਸਰ ਦਾਨ ਦੇ ਇੰਦਰ ਰਵਾਇਆ, ਸਹੰਸਰ ਦਾ ਮਤਲਬ ਹਜ਼ਾਰ, ਇੱਥੇ ਦਾਨ ਦਾ ਮਤਲਬ ਹੈ ਦੰਨ, ਹਜ਼ਾਰਾਂ ਭਗਾਂ ਦਾ ਦੰਨ ਜੋ ਇੰਦਰ ਦੇਵਤੇ ਨੂੰ ਗੌਤਮ ਰਿਸ਼ੀ ਨੇ ਸ਼ਰਾਪ ਦੇ ਕੇ ਲਾਇਆ ਸੀ, ਕਿਉਂਕਿ ਇੰਦਰ ਨੇ ਰਿਸ਼ੀ ਦੀ ਇਸਤਰੀ ਦੇ ਨਾਲ, ਅਹਿਲਿਆ ਦੇ ਨਾਲ ਧੋਖਾ ਕਰਕੇ ਸੰਗ ਕੀਤਾ ਸੀ। ਇਹ ਉਸ ਵਾਰਤਾ ਵੱਲ ਧਿਆਨ ਦਵਾਇਆ ਗਿਆ ਹੈ ਕਿ ਰੱਬੀ ਸਿਸਟਮ ਦੇ ਵਿੱਚ ਕਰਮ ਤੋਂ ਕੋਈ ਬਚ ਨਹੀਂ ਸਕਦਾ। ਗੌਤਮ ਰਿਸ਼ੀ ਨੇ ਹਜ਼ਾਰਾਂ ਭਗਾਂ ਦਾ ਦੰਨ ਦੇ ਕੇ ਇੰਦਰ ਨੂੰ ਰਵਾ ਦਿੱਤਾ। ਮੀਨਸ ਕਿ ਇੱਥੇ ਇੰਦਰ ਦੇਵਤਾ ਵੀ ਰੋ ਰਿਹਾ ਹੈ। ਇਹ ਮਿਥਿਹਾਸਕ ਵਾਰਤਾ ਹੈ। ਪਰਸਰਾਮ ਰੋਵੇ ਘਰ ਆਇਆ। ਪਰਸਰਾਮ ਇੱਕ ਬ੍ਰਾਹਮਣ ਸੀ। ਇਹਦੇ ਪਿਤਾ ਜਮਦਗਨ ਨੂੰ ਸਹੰਸਰ ਬਾਹੂ ਨੇ ਮਾਰ ਦਿੱਤਾ ਤੇ ਬਦਲੇ ਦੀ ਅੱਗ ਵਿੱਚ ਪਰਸਰਾਮ ਨੇ ਖੱਤਰੀ ਕੁਲ ਦਾ ਨਾਸ਼ ਕਰਨਾ ਸ਼ੁਰੂ ਕੀਤਾ। ਪਰ ਜਦੋਂ ਇਸਨੇ ਸ੍ਰੀ ਰਾਮਚੰਦਰ ਜੀ ਤੇ ਆਪਣਾ ਕੁਹਾੜਾ ਚੱਕਿਆ ਤਾਂ ਇਹਦਾ ਬਲ ਜਿਹੜਾ ਹੈ ਖਿੱਚਿਆ ਗਿਆ। ਇੱਕ ਮਿਥਿਹਾਸਕ ਵਾਰਤਾ ਹੈ, ਉਧਰ ਧਿਆਨ ਦਵਾ ਰਹੇ ਨੇ। ਤਾਂ ਪਰਸਰਾਮ ਆਪਣਾ ਬਲ ਗਵਾ ਕੇ ਰੋ ਰਿਹਾ ਹੈ। ਅਜੈ ਸੋ ਰੋਵੇ ਭੀਖਿਆ ਖਾਏ। ਅਜੈ ਜੋ ਰਾਮਚੰਦਰ ਜੀ ਦਾ ਦਾਦਾ ਸੀ, ਉਹਨੇ ਇੱਕ ਸਾਧੂ ਨੂੰ ਭਿੱਖਿਆ ਦੇ ਵਿੱਚ ਲਿਦ ਦਿੱਤੀ ਸੀ। ਇੱਕ ਕਹਾਣੀ ਜੁੜੀ ਹੋਈ ਹੈ। ਆਖਿਰ ਉਹਨੂੰ ਲਿਦ ਖਾਣੀ ਪਈ, ਭਿੱਖਿਆ ਖਾਣੀ ਪਈ, ਤਾਂ ਫਿਰ ਉਹਨੂੰ ਰੋਣਾ ਪਿਆ, ਪਛਤਾਣਾ ਪਿਆ ਆਪਣੇ ਕੀਤੇ ਕਰਮ ਕਰਕੇ। ਐਸੀ ਦਰਗਾਹ ਮਿਲੇ ਸਜਾਏ। ਇਹੋ ਜੀ ਰੱਬ ਦੀ ਦਰਗਾਹ ਦੇ ਅੰਦਰ ਸਜ਼ਾ ਮਿਲਦੀ ਹੈ। ਭਾਵ ਕਿ ਜੇ ਇਹਨਾਂ ਵਾਰਤਾਵਾਂ ਨੂੰ ਸੱਚਿਆ ਮੰਨਿਆ ਜਾਏ ਜੋ ਮਿਥਿਹਾਸਕ ਨੇ, ਤਾਂ ਗੁਰੂ ਜੀ ਕਹਿੰਦੇ ਨੇ ਰੱਬੀ ਹੁਕਮ ਦੇ ਅੰਦਰ, ਰੱਬੀ ਸਿਸਟਮ ਦੇ ਅੰਦਰ ਐਵੇਂ ਸਜ਼ਾ ਮਿਲਦੀ ਹੈ। ਜਿਹੜਾ ਕੀਤਾ ਹੋਇਆ ਆਪਣਾ ਕਰਮ ਹੈ ਨਾ, ਉਹਦਾ ਫਲ ਹਰ ਇੱਕ ਨੂੰ ਭੁਗਤਣਾ ਪੈਂਦਾ ਹੈ, ਚਾਹੇ ਕੋਈ ਹਸਤੀ ਵੱਡੀ ਹੈ ਜਾਂ ਛੋਟੀ ਹੈ। ਰੋਵੇ ਰਾਮ ਨਿਕਾਲਾ ਪਿਆ। ਰਾਮ ਜੀ ਰੋਏ ਜਦੋਂ ਰਾਮਚੰਦਰ ਜੀ ਨੂੰ ਦੇਸ਼ ਨਿਕਾਲਾ ਮਿਲਿਆ। ਸੀਤਾ ਲਖਮਣ ਵਿਛੜ ਗਿਆ।
ਸੀਤਾ ਤੇ ਲక్ష్మణ ਨਾਲੋਂ ਵੱਖਰਾ ਹੋ ਗਿਆ। ਲక్ష్మణ ਮੂਰਛਿਤ ਹੋ ਗਿਆ, ਸੀਤਾ ਨੂੰ ਰਾਵਣ ਚੱਕ ਕੇ ਲੈ ਗਿਆ। ਰੋਵੇ ਦਹਿਸਿਰ ਲੰਕ ਗਵਾਏ। ਦਹਿਸਿਰ ਦਾ ਮਤਲਬ 10 ਸਿਰਾਂ ਵਾਲਾ ਰਾਵਣ। ਰਾਵਣ ਲੰਕਾ ਗਵਾ ਕੇ ਰੋ ਰਿਹਾ ਹੈ। ਜਿਨ ਸੀਤਾ ਆਂਦੀ ਡੋਰੂ ਵਾਏ। ਡੋਰੂ ਵਾਏ ਦਾ ਮਤਲਬ ਡੋਰੂ ਵਜਾ ਕੇ, ਸਾਧੂ ਦਾ ਭੇਸ਼ ਧਾਰ ਕੇ। ਜਿਨਨੇ ਸਾਧੂ ਦਾ ਭੇਸ਼ ਧਾਰ ਕੇ ਸੀਤਾ ਨੂੰ ਚੁਰਾ ਲਿਆਂਦਾ ਸੀ। ਰੋਵੇਂ ਪਾਂਡਵ ਭੈ ਮਜੂਰ। ਪੰਜੇ ਪਾਂਡੋ ਜਦੋਂ ਵੈਰਾਟ ਰਾਜੇ ਦੇ ਮਜੂਰ ਬਣੇ ਤਾਂ ਉਹਨਾਂ ਨੂੰ ਰੋਣਾ ਪਿਆ। ਜਿਨ ਕੈ ਸਵਾਮੀ ਰਹਿਤ ਹਦੂਰ। ਭਾਵੇਂ ਉਹਨਾਂ ਦਾ ਮਾਲਕ ਕ੍ਰਿਸ਼ਨ ਭਗਵਾਨ ਉਹਨਾਂ ਦੇ ਨਾਲ ਰਹਿੰਦਾ ਸੀ ਤਾਂ ਵੀ ਰੋਣਾ ਪੈ ਗਿਆ। ਰੋਵੇ ਜਨਮੇਜਾ ਖੋਏ ਗਿਆ। ਖੋਏ ਗਿਆ ਦਾ ਮਤਲਬ ਖੁੰਝ ਗਿਆ। ਰਾਜਾ ਜਨਮੇਜਾ, ਇਹਦੇ ਨਾਲ ਇੱਕ ਵਾਰਤਾ ਜੁੜੀ ਹੋਈ ਹੈ ਕਿ 18 ਬ੍ਰਾਹਮਣਾਂ ਨੂੰ ਜਾਨੋਂ ਮਾਰ ਦਿੱਤਾ। ਪ੍ਰਾਸ਼ਚਿਤ ਵਾਸਤੇ ਮਹਾਭਾਰਤ ਸੁਣਿਆ ਪਰ ਸ਼ੰਕਾ ਕੀਤਾ ਤੇ ਇਹਦਾ ਕੋਡ ਰਹਿ ਗਿਆ। ਇਹ ਵਾਰਤਾ ਜੁੜੀ ਹੋਈ ਹੈ ਇਹਦੇ ਨਾਲ। ਤਾਂ ਰਾਜੇ ਜਨਮੇਜੇ ਨੇ ਕੁਰਾਹੇ ਪੈਣ ਤੇ ਰੋਣਾ ਪੈ ਗਿਆ, ਕੁਰਾਹੇ ਪੈ ਗਿਆ, ਭੁੱਲ ਗਿਆ। ਏਕੀ ਕਾਰਨ ਪਾਪੀ ਪਿਆ। ਏਕੀ ਦਾ ਮਤਲਬ ਇੱਕ ਗਲਤੀ, ਇੱਕ ਗਲਤੀ ਦੇ ਕਾਰਨ ਪਾਪੀ ਹੋਇਆ। ਤਾਂ ਇੱਕ ਇੱਕ ਗਲਤੀ ਦੇ ਨਾਲ ਬੰਦਾ ਪਾਪ ਜਿਹੜਾ ਕਰਦਾ ਹੈ ਤਾਂ ਹੌਲੇ ਹੌਲੇ ਉਹ ਪਾਪ ਹੋ ਜਾਂਦਾ ਹੈ। ਇੱਕ ਇੱਕ ਗਲਤੀ ਦਾ ਵੀ ਜਿਹੜਾ ਹੈ ਫਲ ਬੰਦੇ ਨੂੰ ਭੁਗਤਣਾ ਪੈਂਦਾ ਹੈ। ਇਸ ਲਈ ਸੋਚ ਵਿਚਾਰ ਕੇ ਜ਼ਿੰਦਗੀ ਜੀਣੀ ਚਾਹੀਦੀ ਹੈ। ਰੋਵੇਂ ਸ਼ੇਖ ਮਸਾਇਕ ਪੀਰ। ਜੋ ਮਸਾਇਕ ਹੈ ਸ਼ੇਖ ਦਾ ਬਹੁਵਚਨ ਹੈ। ਤਾਂ ਗੁਰੂ ਜੀ ਕਹਿੰਦੇ ਨੇ ਸ਼ੇਖ ਪੀਰ ਆਦਿਕ ਵੀ ਇਸ ਦੁਨੀਆ ਦੇ ਅੰਦਰ ਰੋਂਦੇ ਹੋਏ ਵੇਖੇ ਜਾ ਸਕਦੇ ਨੇ। ਅੰਤ ਕਾਲ ਮਤ ਲਾਗੇ ਭੀੜ। ਤੇ ਉਹ ਕਿਉਂ ਦੁਖੀ ਹੁੰਦੇ ਨੇ ਕਿ ਮਤਾ ਅੰਤ ਸਮੇਂ ਕੋਈ ਵਿਪਤਾ ਆ ਪਵੇ। ਰੋਵੇਂ ਰਾਜੇ ਕੰਨ ਪੜਾਏ। ਭਰਥਰੀ ਗੋਪੀ ਚੰਦ ਆਦਿਕ ਰਾਜੇ ਜੋਗੀ ਬਣ ਗਏ, ਕੰਨ ਪੜਵਾ ਲਏ, ਲੇਕਿਨ ਉਹ ਰੋਂਦੇ ਨੇ, ਦੁਖੀ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਜੀਵਨ ਦੀ ਸਹੀ ਜੁਗਤ ਨਹੀਂ ਮਿਲੀ। ਘਰ ਘਰ ਮੰਗੇ ਭੀਖਿਆ ਜਾਏ, ਤੇ ਹੁਣ ਦੁਖੀ ਹੋ ਰਹੇ ਨੇ ਕਿ ਘਰ ਘਰ ਜਾ ਕੇ ਭਿੱਖਿਆ ਮੰਗਣੀ ਪੈਂਦੀ ਹੈ। ਕਿੱਥੇ ਰਾਜੇ ਬਾਦਸ਼ਾਹ ਸੀ, ਕਿੱਥੇ ਭਿੱਖਿਆ ਮੰਗਣੀ ਪੈ ਰਹੀ ਹੈ। ਰੋਵੇਂ ਕਿਰਪਨ ਸੰਚੈ ਤਨ ਜਾਏ। ਕਿਰਪਨ ਦਾ ਮਤਲਬ ਕੰਜੂਸ, ਸੰਚੈ ਦਾ ਮਤਲਬ ਇਕੱਠਾ ਕਰਦੇ ਨੇ। ਸੋਮ ਲੋਕ ਧਨ ਇਕੱਠਾ ਕਰਦੇ ਰਹਿੰਦੇ ਨੇ ਤੇ ਜਦੋਂ ਧਨ ਚਲਾ ਜਾਂਦਾ ਹੈ, ਗਵਾਚ ਜਾਂਦਾ ਹੈ, ਤੇ ਆਖਿਰ ਉਹਨਾਂ ਨੂੰ ਰੋਣਾ ਪੈਂਦਾ, ਨਾ ਤੇ ਵਰਤਿਆ ਤੇ ਨਾ ਕੋਲ ਰਿਹਾ। ਪੰਡਿਤ ਰੋਵੇਂ ਗਿਆਨ ਗਵਾਏ। ਗਿਆਨ ਗਵਾ ਕੇ ਪੰਡਿਤ ਵੀ ਖੁਆਰ ਹੁੰਦੇ ਨੇ। ਇਹਨਾਂ ਇੱਕ ਕਹਾਣੀ ਜੋੜੀ ਹੈ ਪੰਡਿਤ ਦੇ ਨਾਲ ਕਿ ਕੋਈ ਬਹੁਤ ਵੱਡਾ ਵਿਦਵਾਨ ਬੰਦਾ ਸੀ। ਕਹਾਣੀ ਹੈ, ਸਿਰਫ ਹੈ, ਸੱਚ ਨਾ ਸਮਝਣਾ। ਕਹਾਣੀ ਹੈ ਕਿ ਬਹੁਤ ਵਿਦਵਾਨ ਸੀ ਤੇ ਉਹਨੇ ਬਹੁਤ ਲੋਕਾਂ ਨੂੰ ਹਰਾਇਆ ਸੀ। ਤੇ ਕੁਝ ਵਿਦਵਾਨਾਂ ਨੇ ਇਹਦਾ ਮਜ਼ਾਕ ਉਡਾਉਣ ਦਾ ਯਤਨ ਕੀਤਾ ਤੇ ਇੱਕ ਮੂਰਖ ਬੰਦੇ ਨੂੰ ਵਿਦਵਾਨਾਂ ਵਾਲੇ, ਪੰਡਤਾਂ ਵਾਲੇ ਕੱਪੜੇ ਲਿਆ ਕੇ ਇਹਦੇ ਸਾਹਮਣੇ ਬਿਠਾ ਦਿੱਤਾ, ਜਿਹਨੂੰ ਕੁਝ ਵੀ ਨਹੀਂ ਸੀ ਆਉਂਦਾ। ਤੇ ਉਹ ਕਹਿਣ ਲੱਗੇ ਵੀ ਸਾਡਾ ਪੰਡਤ ਤੇਰੇ ਨਾਲ ਮੁਕਾਬਲਾ ਕਰੇਗਾ। ਉਹਨੇ ਕਿਹਾ ਜੀ ਠੀਕ ਹੈ। ਹੁਣ ਉਹ ਸ਼ਰਾਰਤੀ ਲੋਕ ਸਨ ਸਾਰੇ, ਉਹਨੂੰ ਨੀਵਾਂ ਵਿਖਾਣਾ ਚਾਹੁੰਦੇ ਸਨ। ਤਾਂ ਇਹਨੇ ਕਿਹਾ ਵੀ ਹਾਂ ਵਾਰਤਾ। ਉਹ ਕਹਿਣ ਲੱਗਾ ਜੀ ਗੁਪਤ ਵਾਰਤਾ ਹੋਏਗੀ। ਉਹਨੇ ਇੱਕ ਉਂਗਲੀ ਕੀਤੀ ਪੰਡਿਤ ਨੇ ਤੇ ਉਹਨੇ ਦੋ ਕਰ ਦਿੱਤੀਆਂ। ਉਹਨੇ ਤੇ ਕਿਹਾ ਵੀ ਰੱਬ ਇੱਕ ਹੈ, ਤੇ ਉਹਨੇ ਸਮਝਿਆ ਮੈਨੂੰ ਕਹਿੰਦਾ ਮੈਂ ਤੇਰੀ ਇੱਕ ਅੱਖ ਭੰਨ ਦੇਣੀ, ਤੇ ਉਹਨੇ ਕਿਹਾ ਮੈਂ ਤੇਰੀਆਂ ਦੋਵੇਂ ਭੰਨਾਂਗਾ। ਤੇ ਜਿਹੜੇ ਨਾਲ ਦੇ ਸੀ ਉਹਨਾਂ ਨੇ ਨਾਲ ਹੀ ਕਹਿ ਦਿੱਤਾ ਵੀ ਮੈਂ ਤੇ ਇੱਕ ਕਹਿ ਰਿਹਾ ਵੀ ਇੱਕ ਰੱਬ ਹੈ। ਤੇ ਉਹਦੇ ਨਾਲ ਦਿਆਂ ਨੇ ਵਿਆਖਿਆ ਕੀਤੀ ਵੀ ਸਾਡਾ ਪੰਡਿਤ ਕਹਿ ਰਿਹਾ ਹੈ ਕਿ ਇੱਕ ਰੱਬ ਹੈ ਤੇ ਦੂਜੀ ਕੁਦਰਤ ਹੈ, ਸਾਰੀ ਮਾਇਆ ਦੂਜੀ ਹੈ। ਉਹ ਜਿਹੜਾ ਵਿਦਵਾਨ ਸੀ ਉਹਨੇ 5 ਉਂਗਲਾਂ ਕੀਤੀਆਂ ਤੇ ਜਿਹੜਾ ਅੱਗੇ ਮੂਰਖ ਬੈਠਾ ਸੀ ਉਹਨੇ ਸਮਝਿਆ ਮੈਨੂੰ ਕਹਿੰਦਾ ਮੈਂ ਚਪੇੜ ਮਾਰਾਂਗਾ। ਉਹਨੇ ਅੱਗੋਂ ਕਸੂਨ ਵੱਟ ਕੇ ਵਿਖਾਇਆ ਕਿ ਮੈਂ ਕਸੂਨ ਮਾਰਾਂਗਾ। ਤੇ ਜਿਹੜੇ ਨਾਲ ਦੇ ਸਨ ਉਹਨਾਂ ਨੇ ਵਿਆਖਿਆ ਦੀ ਕੀਤੀ। ਉਹ ਕਹਿਣ ਲੱਗਾ ਮੈਂ ਤੇ ਕਹਿ ਰਿਹਾ ਵੀ ਪੰਜ ਤੱਤ ਨੇ, ਤੇ ਕਹਿੰਦੇ ਸਾਡਾ ਪੰਡਤ ਇਹ ਕਹਿ ਰਿਹਾ ਕਿ ਨਾ ਪੰਜਾਂ ਤੱਤਾਂ ਮਿਲ ਕੇ ਇੱਕ ਸਰੀਰ ਬਣ ਜਾਂਦਾ ਹੈ। ਇਸ ਤਰ੍ਹਾਂ ਉਹਨਾਂ ਨੇ ਉਹਦਾ ਮਜ਼ਾਕ ਬਣਾ ਲਿਆ। ਤੇ ਅੱਗੋਂ ਫਿਰ ਉਹ ਕਹਿਣ ਲੱਗੇ ਵੀ ਕੁਝ ਵਿਚਾਰ ਵਟਾਂਦਰਾ ਹੋ ਜਾਏ। ਤਾਂ ਜਿਹੜਾ ਵਿਦਵਾਨ ਸੀ ਉਹ ਕਹਿੰਦਾ ਜੀ ਪੰਡਤ ਨੂੰ, ਜਿਹੜਾ ਮੂਰਖ ਬੈਠਾ ਸੀ ਉਹਨੂੰ ਕਹਿੰਦਾ ਉਚਰੋ, ਕੁਛ ਉਚਰੋ। ਤੇ ਉਹ ਇੱਕ ਦੀ ਬਜਾਏ ਕਹਿੰਦਾ ਉਚਰੋ ਮੁਚਰੋ ਕੁਚਰੋ। ਤੇ ਨਾਲ ਦਿਆਂ ਨੇ ਸਾਥੀ ਮਾਰਤੀ, ਉਹ ਸਾਡਾ ਪੰਡਤ ਜਿੱਤ ਗਿਆ, ਉਤਰੋ ਮੁਚਰੋ ਕੁਚਰੋ। ਤੇ ਜਿਹੜਾ ਪਹਿਲਾ ਪੰਡਤ ਸੀ ਉਹ ਕਹਿੰਦਾ ਵੀ ਇਹ ਕੀ। ਉਹ ਕਹਿੰਦਾ ਐਕੀ ਮੇਕੀ ਟੇਕੀ। ਤੇ ਉਹਨਾਂ ਨੇ ਫਿਰ ਤਾੜੀ ਮਾਰਤੀ, ਜਿੱਤ ਗਿਆ ਵੀ ਜਿੱਤ ਗਿਆ, ਸਾਡਾ ਪੰਡਤ ਜਿੱਤ ਗਿਆ, ਐਵੇਂ ਮਤਲਬ। ਤਾਂ ਉਹ ਜਿਹੜਾ ਵਿਦਵਾਨ ਸੀ ਉਹਨੂੰ ਰੋਣਾ ਪਿਆ। ਜਦੋਂ ਆਪਣੇ ਗਿਆਨ ਨੂੰ ਬੰਦਾ ਗਵਾ ਪੈਂਦਾ ਉਦੋਂ ਵਿਦਵਾਨ ਰੋਂਦੇ ਨੇ। ਬਾਲੀ ਰੋਵੇ ਨਾਹੀਂ ਪਤਾਰ। ਬਾਲੀ ਦਾ ਮਤਲਬ ਇੱਥੇ ਹੈ ਲੜਕੀ।
ਬਾਲੀ ਦਾ ਮਤਲਬ ਔਰਤ, ਇੱਥੇ ਬਾਲੀ ਸੁਗਰੀਵ ਦੇ ਭਰਾ ਦਾ ਨਾਮ ਨਹੀਂ ਹੈ। ਇਸਤਰੀ ਉਦੋਂ ਰੋਂਦੀ ਹੈ ਜਦੋਂ ਸਿਰ ਤੇ ਪਤੀ ਨਾ ਰਹੇ। ਨਾਨਕ ਦੁਖੀਆ ਸਭ ਸੰਸਾਰ, ਗੁਰੂ ਜੀ ਕਹਿੰਦੇ ਨੇ ਸਾਰਾ ਸੰਸਾਰ ਹੀ ਦੁਖੀ ਹੈ, ਕੋਈ ਨਾ ਕੋਈ ਦੁੱਖ ਤਕਲੀਫ ਹਰ ਇਨਸਾਨ ਨੂੰ ਚੰਬੜੀ ਰਹਿੰਦੀ ਹੈ। ਪਰ ਅਸੀਂ ਇਹ ਸ਼ਲੋਕ ਨੂੰ ਇੱਥੇ ਸਮਾਪਤ ਕਰ ਦਿੰਦੇ ਹਾਂ ਕਿ ਨਾਨਕ ਦੁਖੀਆ ਸਭ ਸੰਸਾਰ। ਹੁਣ ਗੁਰੂ ਜੀ ਸੰਸਾਰ ਵਿੱਚ ਹਰ ਬੰਦਾ ਦੁਖੀ ਹੈ, ਪਰ ਸਾਰੇ ਦੁਖੀ ਨਹੀਂ। ਅੱਗੇ ਕਹਿੰਦੇ ਨੇ ਮੰਨੇ ਨਾਉ ਸੋਈ ਜਿਣ ਜਾਏ। ਨਾਉ ਦਾ ਮਤਲਬ ਹੁਕਮ, ਜੋ ਰੱਬੀ ਹੁਕਮ ਨੂੰ ਮੰਨਦਾ ਹੈ। ਸੋਈ ਜਿਣ ਜਾਏ ਦਾ ਮਤਲਬ ਉਹ ਜੀਵਨ ਬਾਜੀ ਨੂੰ ਜਿੱਤ ਜਾਂਦਾ ਹੈ, ਉਹ ਜੀਵਨ ਦੇ ਅੰਦਰ ਕਾਮਯਾਬ ਹੋ ਜਾਂਦਾ ਹੈ। ਉਹ ਬੰਦਾ ਦੁਖੀ ਨਹੀਂ ਹੁੰਦਾ ਜਿਹੜਾ ਹੁਕਮ ਨੂੰ ਮੰਨਦਾ ਹੈ, ਜਿਹਨੂੰ ਹੁਕਮ ਦੀ ਸਮਝ ਆ ਜਾਏ, ਸਿਸਟਮ ਦੀ ਸਮਝ ਆ ਜਾਏ, ਉਹ ਬੰਦਾ ਦੁਖੀ ਨਹੀਂ ਹੁੰਦਾ। ਬੇਸ਼ੱਕ ਸਾਰਾ ਸੰਸਾਰ ਦੁਖੀ ਹੈ, ਪਰ ਜੋ ਰੱਬੀ ਹੁਕਮ ਨੂੰ ਮੰਨਦਾ ਹੈ, ਰੱਬੀ ਹੁਕਮ ਦੇ ਨਾਲ ਜੁੜਦਾ ਹੈ, ਰੱਬੀ ਹੁਕਮ ਵਿੱਚ ਜ਼ਿੰਦਗੀ ਗੁਜ਼ਾਰਦਾ ਹੈ, ਸਿਫਤ ਸਲਾਹ ਨਾਲ ਜੁੜਦਾ ਹੈ, ਉਹ ਬੰਦਾ ਜੀਵਨ ਬਾਜੀ ਜਿੱਤ ਜਾਂਦਾ ਹੈ। ਔਰੀ ਕਰਮ ਨਾ ਲੇਖੇ ਲਾਏ, ਰੱਬੀ ਰਜਾ ਵਿੱਚ ਤੁਰਨ ਤੋਂ ਬਿਨਾ, ਰੱਬੀ ਸਿਫਤ ਸਲਾਹ ਤੋਂ ਬਿਨਾ ਹੋਰ ਕੋਈ ਕੰਮ ਲੇਖੇ ਨਹੀਂ ਲੱਗਦਾ। ਹੋਰ ਕੋਈ ਕੰਮ ਸਫਲ ਨਹੀਂ ਹੁੰਦਾ ਜੀਵਨ ਬਾਜੀ ਜਿੱਤਣ ਲਈ। ਜਿੰਨੇ ਵੀ ਵਰਤ ਨਰਾਤੇ ਸਰਾਧ ਨੇ, ਕਰਮ ਕਾਂਡ ਨੇ, ਜਪ ਤਪ ਹੈ, ਦੇਵੀ ਦੇਵਤਿਆਂ ਦੀ ਪੂਜਾ ਹੈ, ਇਹ ਕੋਈ ਕਰਮ ਲੇਖੇ ਨਹੀਂ ਲੱਗਦਾ ਜੀਵਨ ਬਾਜੀ ਨੂੰ ਜਿਤਾਉਣ ਲਈ। ਸਿਰਫ ਇੱਕੋ ਹੀ ਸਾਧਨ ਹੈ, ਰੱਬੀ ਰਜਾ ਦੇ ਅੰਦਰ ਤੁਰਨਾ, ਰੱਬੀ ਗੁਣਾਂ ਦੇ ਧਾਰ ਨਹੀਂ ਹੋਣਾ। ਮਹਿਲਾ ਦੂਜਾ, ਜਪ ਤਪ ਸਭ ਕਿਛ ਮੰਨਿਆ, ਅਵਰ ਕਾਰਾਂ ਸਭ ਬਾਦ। ਇਹ ਮੰਨੀਏ ਨਹੀਂ ਪੜਨਾ, ਮੰਨਿਆ। ਮੰਨਿਆ ਦਾ ਮਤਲਬ ਜੇ ਮੰਨ ਲਈਏ। ਜਪ ਤਪ ਸਭ ਕਿਛ ਮੰਨਿਆ, ਯਾਨੀ ਜੋ ਜਪ ਹੈ, ਤਪ ਹੈ, ਬਾਕੀ ਦੇ ਜੋ ਸਾਰੇ ਕਰਮ ਨੇ, ਮੰਨਿਆ ਦਾ ਮਤਲਬ ਜੇ ਹੁਕਮ ਨੂੰ ਮੰਨ ਲਈਏ ਤਾਂ ਸਾਰੇ ਉਹਦੇ ਵਿੱਚ ਹੀ ਆ ਜਾਂਦੇ ਨੇ। ਰੱਬ ਨੂੰ ਮੰਨ ਲੈਣਾ ਹੀ ਜਪ ਤਪ ਸੰਜਮ ਸਭ ਕੁਝ ਹੈ। ਤੇ ਜੇ ਰੱਬ ਦੇ ਹੁਕਮ ਨੂੰ ਨਹੀਂ ਮੰਨਿਆ ਤੇ ਜਪ ਤਪ ਸੰਜਮ ਜਿੰਨੇ ਮਰਜ਼ੀ ਕਰਦੇ ਰਹੋ, ਕੁਝ ਨਹੀਂ ਹੈ। ਜੇ ਮਨ ਪ੍ਰਭੂ ਦੇ ਨਾਮ ਵਿੱਚ ਪਤੀਜ ਜਾਏ ਤਾਂ ਸਾਰੇ ਜਪ ਤਪ ਉਹਦੇ ਵਿੱਚ ਹੀ ਆ ਜਾਂਦੇ ਨੇ। ਉਸ ਬੰਦੇ ਨੂੰ ਜਪ ਤਪ ਕਰਨ ਦੀ ਕੋਈ ਜ਼ਰੂਰਤ ਨਹੀਂ ਜੋ ਰੱਬੀ ਰਜ਼ਾ ਦੇ ਵਿੱਚ ਤੁਰਦਾ ਹੈ। ਅਵਰ ਕਾਰਾਂ ਸਭ ਬਾਦ, ਹੋਰ ਸਾਰੇ ਕੰਮ ਵਿਅਰਥ ਨੇ ਰੱਬੀ ਹੁਕਮ ਤੋਂ ਬਿਨਾ, ਰੱਬੀ ਸਿਫਤ ਸਲਾਹ ਤੋਂ ਬਿਨਾ। ਰੱਬੀ ਹੁਕਮ ਵਿੱਚ ਤੁਰਨਾ, ਰੱਬੀ ਗੁਣਾਂ ਦੇ ਧਾਰ ਨਹੀਂ ਹੋਣਾ, ਇਹੀ ਸਭ ਤੋਂ ਉੱਤਮ ਸਾਧਨ ਹੈ। ਜਪ ਤਪ ਸੰਜਮ ਸਭ ਇਹਦੇ ਵਿੱਚ ਹੀ ਆ ਜਾਂਦੇ ਨੇ। ਬਾਕੀ ਸਾਰੀਆਂ ਕਾਰਾਂ ਬੇਕਾਰ ਨੇ, ਜਪ ਤਪ ਸੰਜਮ ਸਾਰੇ ਬੇਕਾਰ ਵਿਅਰਥ ਨੇ ਜੇ ਰੱਬੀ ਹੁਕਮ ਦੇ ਅੰਦਰ ਬੰਦਾ ਨਹੀਂ ਤੁਰਦਾ। ਯਾਨੀ ਇਹ ਕਾਰਾਂ ਦੇ ਅੰਦਰ ਟਾਈਮ ਲਗਾਉਣਾ, ਆਪਣੇ ਸਮੇਂ ਨੂੰ ਬਰਬਾਦ ਕਰਨਾ ਹੈ। ਸਿਰਫ ਸਾਨੂੰ ਰੱਬੀ ਹੁਕਮ ਵਿੱਚ ਤੁਰਨਾ ਚਾਹੀਦਾ ਹੈ ਔਰ ਰੱਬੀ ਗੁਣਾਂ ਦੇ ਧਾਰ ਨਹੀਂ ਹੋਣਾ ਚਾਹੀਦਾ। ਨਾਨਕ ਮੰਨਿਆ ਮੰਨੀਏ, ਬੁਝੀਏ ਗੁਰ ਪ੍ਰਸਾਦ। ਮੰਨਿਆ ਦਾ ਮਤਲਬ ਜੋ ਮੰਨ ਗਿਆ, ਜਿਸ ਨੇ ਨਾਮ ਨੂੰ ਮੰਨ ਲਿਆ, ਜਿਸ ਨੇ ਰੱਬੀ ਹੁਕਮ ਨੂੰ ਫੋਲੋ ਕੀਤਾ, ਉਹਨੂੰ ਕਹਿੰਦੇ ਨੇ ਮੰਨਿਆ। ਮੰਨਿਆ ਦਾ ਮਤਲਬ ਜਿਸ ਦਾ ਮਨ ਮੰਨ ਗਿਆ, ਜਿਸ ਨੇ ਰੱਬੀ ਹੁਕਮ ਨੂੰ ਅਮਲ ਕੀਤਾ। ਮੰਨਿਆ ਦਾ ਮਤਲਬ ਰੱਬੀ ਹੁਕਮ ਨੂੰ ਅਮਲ ਵਿੱਚ ਲਿਆਂਦਾ। ਤੇ ਮੰਨੀਏ ਦਾ ਮਤਲਬ ਹੈ ਮੰਨਿਆ ਜਾਂਦਾ ਹੈ, ਮਤਲਬ ਆਦਰ ਪਾਉਂਦਾ ਹੈ, ਉਹਨੂੰ ਮਾਣ ਮਿਲਦਾ ਹੈ। ਜਿਸਨੇ ਪ੍ਰਭੂ ਦੇ ਹੁਕਮ ਨੂੰ ਅਮਲ ਵਿੱਚ ਲਿਆਂਦਾ, ਉਹ ਬੰਦਾ ਆਦਰ ਪਾਉਂਦਾ ਹੈ, ਸਤਿਕਾਰ ਮਿਲਦਾ ਹੈ ਉਹਨੂੰ। ਬੁਝੀਏ ਗੁਰ ਪ੍ਰਸਾਦ, ਇਹ ਗੱਲ ਗੁਰੂ ਦੀ ਕਿਰਪਾ ਦੇ ਨਾਲ ਸਮਝ ਵਿੱਚ ਆਉਂਦੀ ਹੈ, ਗੁਰੂ ਦੇ ਗਿਆਨ ਰਾਹੀਂ ਸਮਝ ਵਿੱਚ ਆਉਂਦੀ ਹੈ। ਇਹ ਗੱਲ ਗੁਰੂ ਦੇ ਸਿੱਖਿਆ ਰਾਹੀਂ, ਗੁਰੂ ਦੀ ਕਿਰਪਾ ਬਖਸ਼ਿਸ਼ ਨਾਲ ਸਮਝ ਵਿੱਚ ਆਉਂਦੀ ਹੈ ਕਿ ਜੋ ਰੱਬੀ ਹੁਕਮ ਨੂੰ ਮੰਨਦਾ ਹੈ ਉਹਨੂੰ ਇਸ ਦੁਨੀਆ ਵਿੱਚ ਮਾਣ ਆਦਰ ਸਤਿਕਾਰ ਮਿਲਦਾ ਹੈ। ਪੌੜੀ, ਕਾਇਆ ਹੰਸ ਤੁਰਮੇਲ ਕਰਤੇ ਲਿਖ ਪਾਇਆ। ਕਰਤੇ ਦਾ ਮਤਲਬ ਕਰਤੇ ਨੇ, ਲਿਖ ਪਾਇਆ ਦਾ ਮਤਲਬ ਲਿਖ ਕੇ, ਭਾਵ ਹੁਕਮ ਲਿਖਿਆ ਕੀ ਹੈ, ਹੁਕਮ ਰਜ਼ਾਈ ਚੱਲਣਾ। ਨਾਨਕ ਲਿਖਿਆ ਨਾਲ, ਲਿਖ ਪਾਇਆ ਦਾ ਮਤਲਬ ਬਣਾਇਆ ਹੈ। ਜੋ ਕਰਤੇ ਨੇ ਸ਼ੁਰੂ ਤੋਂ ਹੁਕਮ ਬਣਾਇਆ ਹੈ, ਸਿਸਟਮ ਬਣਾਇਆ ਹੈ। ਕਾਇਆ ਹੰਸ ਤੁਰਮੇਲ, ਕਾਇਆ ਦਾ ਔਰ ਜਿੰਦ ਦਾ ਮੇਲ ਹੋਇਆ ਹੈ। ਇਹ ਰੱਬੀ ਸਿਸਟਮ ਦੇ ਅੰਦਰ ਹੈ ਕਿ ਸਰੀਰ ਦੇ ਅੰਦਰ ਪ੍ਰਭੂ ਨੇ ਜਿੰਦ ਪਾਈ ਹੈ। ਸਰੀਰ ਜੀਵਤ ਹੈ, ਸਰੀਰ ਜ਼ਿੰਦਾ ਹੈ, ਸਰੀਰ ਚੱਲ ਰਿਹਾ ਹੈ, ਬੋਲ ਰਿਹਾ ਹੈ, ਹਰਕਤ ਕਰ ਰਿਹਾ ਹੈ। ਤਾਂ ਸਰੀਰ ਔਰ ਜਿੰਦ ਦਾ ਧੁਰੋਂ ਹੀ ਪ੍ਰਭੂ ਦੇ ਹੁਕਮ ਅਨੁਸਾਰ ਮੇਲ ਹੋਇਆ ਹੈ। ਇਹ ਸਾਰਾ ਸਿਸਟਮ ਦੇ ਅੰਦਰ ਹੈ, ਹੁਕਮ ਦੇ ਅੰਦਰ ਹੈ। ਸਭ ਮਹਿ ਗੁਪਤ ਵਰਤਦਾ, ਗੁਰਮੁਖ ਪ੍ਰਗਟਾਇਆ। ਗੁਪਤ ਦਾ ਮਤਲਬ ਲੁਕਿਆ ਹੋਇਆ,
ਪ੍ਰਗਟਾਇਆ ਦਾ ਮਤਲਬ ਗੁਰੂ ਦੇ ਰਾਹੀਂ ਜ਼ਾਹਰ ਹੁੰਦਾ ਹੈ। ਸਭ ਜੀਵਾਂ ਵਿੱਚ ਲੁਕਿਆ ਹੋਇਆ ਪ੍ਰਭੂ ਮੌਜੂਦ ਹੈ, ਹਰ ਇੱਕ ਦੇ ਅੰਦਰ ਮੌਜੂਦ ਹੈ, ਗੁਰੂ ਦੇ ਰਾਹੀਂ ਪ੍ਰਗਟ ਹੁੰਦਾ ਹੈ। ਯਾਨੀ ਰੱਬ ਸਾਡੇ ਸਾਰਿਆਂ ਦੇ ਅੰਦਰ ਹੈ, ਅਸੀਂ ਉਹਨੂੰ ਪ੍ਰਗਟ ਕਰਨਾ ਹੈ ਤੇ ਉਹ ਗੁਰੂ ਰਾਹੀਂ, ਗੁਰੂ ਦੇ ਗਿਆਨ ਰਾਹੀਂ। ਜਿਵੇਂ ਮੈਂ ਰੋਜ਼ ਬੇਨਤੀ ਕਰ ਰਿਹਾ ਕਿ ਸਤ ਸੰਤੋਖ ਦਇਆ ਧਰਮ ਆਦਿਕ ਗੁਣ ਹਰ ਇੱਕ ਦੇ ਅੰਦਰ ਮੌਜੂਦ ਨੇ, ਗੁਰੂ ਦੇ ਰਾਹੀਂ ਅਸੀਂ ਉਹਨਾਂ ਗੁਣਾਂ ਨੂੰ ਪ੍ਰਗਟ ਕਰਨਾ ਹੈ, ਅਮਲ ਵਿੱਚ ਲਿਆਉਣਾ ਹੈ। ਤੇ ਜਿਹਦੇ ਅੰਦਰ ਪ੍ਰਗਟ ਹੁੰਦਾ ਹੈ, ਗੁਣ ਗਾਵੇ ਗੁਣ ਉਚਰੈ ਗੁਣ ਮਾਹੇ ਸਮਾਇਆ। ਜੋ ਮਨੁੱਖ ਗੁਰੂ ਦੀ ਸ਼ਰਨ ਵਿੱਚ ਆ ਕੇ ਪ੍ਰਭੂ ਦੇ ਗੁਣ ਗਾਉਂਦਾ ਹੈ, ਗੁਣ ਉਚਾਰਦਾ ਹੈ, ਭਾਵ ਗੁਣਾਂ ਨੂੰ ਇੰਪਲੀਮੈਂਟ ਕਰਦਾ ਹੈ, ਗੁਣ ਮਾਹੇ ਸਮਾਇਆ ਦਾ ਮਤਲਬ ਗੁਣਾਂ ਦੇ ਵਿੱਚ ਹੀ ਲੀਨ ਹੋ ਜਾਂਦਾ ਹੈ, ਗੁਣੀ ਪ੍ਰਭੂ ਦਾ ਹੀ ਰੂਪ ਹੋ ਜਾਂਦਾ ਹੈ। ਗੁਣ ਕਹਿ ਗੁਣੀ ਸਮਾਵਣਿਆ। ਸੱਚੀ ਬਾਣੀ ਸੱਚ ਹੈ, ਸੱਚ ਮੇਲ ਮਿਲਾਇਆ। ਸੱਚੀ ਬਾਣੀ ਦੁਆਰਾ ਸੱਚ ਰੂਪ ਹੋ ਜਾਂਦਾ ਹੈ। ਸੱਚੀ ਬਾਣੀ ਸੱਚ ਹੈ ਦਾ ਮਤਲਬ ਸੱਚੀ ਬਾਣੀ ਰਾਹੀਂ ਬੰਦਾ ਸੱਚ ਰੂਪ ਹੋ ਜਾਂਦਾ ਹੈ। ਜੇ ਸੱਚੀ ਬਾਣੀ ਤੇ ਅਮਲ ਕਰੇ, ਜੋ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਹੈ ਗੁਰੂ ਦੀ, ਇਸ ਤਰ੍ਹਾਂ ਹੀ ਬੰਦਾ ਸੱਚ ਰੂਪ ਹੋ ਜਾਂਦਾ ਹੈ। ਜੇ ਬਾਣੀ ਪੜ੍ਹ ਕੇ ਅਮਲ ਕਰੇ ਤੇ ਰੱਬ ਦਾ ਰੂਪ ਹੋ ਜਾਏਗਾ, ਸੱਚ ਦਾ ਰੂਪ ਹੋ ਜਾਏਗਾ। ਗੁਰਬਾਣੀ ਬਣੀਏ, ਸਾਨੂੰ ਗੁਰਬਾਣੀ ਵਰਗੇ ਬਣਨਾ ਚਾਹੀਦਾ ਹੈ। ਸੱਚ ਮੇਲ ਮਿਲਾਇਆ ਦਾ ਮਤਲਬ ਕਿ ਹੋਰਨਾਂ ਨੂੰ ਸੱਚੇ ਵਾਹਿਗੁਰੂ ਦੇ ਨਾਲ ਉਹ ਮਿਲਾ ਦਿੰਦਾ ਹੈ। ਇੱਕ ਅਰਥ ਤਾਂ ਇਹ ਕੀਤਾ ਗਿਆ ਹੈ ਤੇ ਦੂਜਾ ਅਰਥ ਇਸ ਪੰਕਤੀ ਦਾ ਕੀਤਾ ਹੈ ਸੱਚ ਮੇਲ ਮਿਲਾਇਆ। ਮੇਲ ਦਾ ਮਤਲਬ ਮੇਲ ਵਿੱਚ, ਸੰਗਤ ਵਿੱਚ ਮਿਲਾ ਕੇ ਰੱਬ ਸੱਚ ਦੇ ਨਾਲ ਮਿਲਾ ਦਿੰਦਾ ਹੈ, ਸੱਚ ਦਾ ਰੂਪ ਹੋ ਜਾਂਦਾ ਹੈ। ਯਾਨੀ ਜੋ ਵੀ ਗੁਰੂ ਦੀ ਸੰਗਤ ਕਰੇਗਾ, ਗੁਰੂ ਦੀ ਪਾਵਨ ਬਾਣੀ ਪੜ੍ਹੇ ਸੁਣੇਗਾ, ਉਹ ਸੱਚ ਸਰੂਪ ਹੋ ਜਾਏਗਾ ਔਰ ਸੱਚ ਦੇ ਅੰਦਰ ਸਦਾ ਲਈ ਮਿਲ ਜਾਏਗਾ। ਸਭ ਕੁਛ ਆਪੇ ਆਪ ਹੈ, ਆਪੇ ਦੇ ਵਡਿਆਈ। ਤੇ ਫਿਰ ਸਮਝ ਪੈ ਜਾਏਗੀ ਕਿ ਸਭ ਕੁਝ ਆਪ ਹੀ ਆਪ ਹੈ ਤੇ ਆਪ ਹੀ ਜੀਵਾਂ ਨੂੰ ਵਡਿਆਈ ਬਖਸ਼ਦਾ ਹੈ, ਮਹਾਨਤਾ ਬਖਸ਼ਦਾ ਹੈ। ਗੁਰੂ ਦੀ ਪਾਵਨ ਬਾਣੀ ਰਾਹੀਂ ਇਸ ਚੀਜ਼ ਦੀ ਸਮਝ ਆ ਜਾਏਗੀ ਕਿ ਸਭ ਕੁਝ ਆਪ ਹੀ ਆਪ ਹੈ ਔਰ ਆਪ ਹੀ ਵਡਿਆਈ ਦੇਣ ਵਾਲਾ ਹੈ। ਭਾਵ ਕਿ ਰੱਬੀ ਰਜ਼ਾ ਭਾਣੇ ਦੇ ਅੰਦਰ ਹੀ ਹਰ ਇੱਕ ਨੂੰ ਵਡਿਆਈ, ਮਾਣ ਔਰ ਆਦਰ ਸਤਕਾਰ ਮਿਲਦਾ ਹੈ। ਇਸ ਚੀਜ਼ ਦੀ ਸਮਝ ਵੀ ਗੁਰੂ ਦੀ ਪਾਵਨ ਬਾਣੀ ਰਾਹੀਂ